श्री वाहिगुरु साहिब जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। चक्कर चहन अर बरन जात अर पात नहन जेह रूप रंग अर रेख पेख को कह ना सख्त केह। अचल मूरत अनुभव प्रकाश अमितोज कहिजै कोट इंद्र इंद्राण साहान गणिजै। त्रिभुवन महीप सुर नर असुर नेत नेत बांतरण कहत। वह सर्वनाम कथा कवन कर्म नाम वर्णत सुमत। कहाँ बुद्ध प्रभ तुष हमारी वर्ण सकै महिमा जो तिहारी। हम ना सख्त कर सिफत तुम्हारी आप लिहो तुम कथा सुधारी। मूक उच्चर शास्त्र खाट पिंग गिरन चढ़ जाय। अंध लख भद्रो सुन जो काल कृपा कराय। डंडौत बंधन अनकबार सर्व कला समरथ। डोलन ते राखो प्रभु नानक दे कर हाथ। पिंगल पर्वत पार परे खाल चतुरब कीता। अंधले त्रिभुवन सूझिया गुर भेट पनीता। महिमा साधु संग की सुनो मेरे मीता। मैल खोई कोट अग हरे निर्मल भय चीता। पाशम क्रोध अग्रणी वह निरासम आस पूर्ण है। निर्धनं भयं धनवंत है रोगियं रोग खंडन है। सतनाम श्री वाहिगुरु साहिब जी। सोरठ महला तीजा। हर जियो तुदनो सदा सालाही प्यारे। जिचर घट अंतर है सासा एक पालखिन विसरह तू स्वामी जानो बरस 50। हर जियो तुदनो सदा सालाही प्यारे। जिचर घट अंतर है सासा एक पालखिन विसरह तू स्वामी जानो बरस 50। हम मूढ़ मुग्ध सदा से भाई गुर का शब्द प्रगासा। हर जियो तुम आपे देहो बुझाई। हर जियो तुद विटहो वारिया साधही। तेरे नाम विटहो बल जाई रहाओ। हम शब्द मोए शब्द मी मार जी वाले भाई। शब्दे ही मुक्त पाई। शब्दे मन धन निर्मल होवा हर वस्या मन आई। शब्द गुरदाता जित मन राता हर स्यो रहया समाई। शब्द न जान से अन्ने बोले से कित आए संसारा। हर रस ना पाया बिरथा जन्म गवाया।
ਕੇ ਕੀੜੇ ਬਿਸ਼ਟਾ ਮਾਹੇ ਸੁਮਾਣੇ ਮਨ ਮੁਗ ਮੁਗਧ ਗੁਬਾਰਾ ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਬਿਨ ਅਵਰ ਨ ਕੋਈ ਜੋ ਤੁਰ ਲਿਖਿਆ ਸੋ ਕੋਇ ਨ ਮੇਟੈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨ ਦੂਜਾ ਕੋਈ ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਬਿਨ ਅਵਰ ਨ ਕੋਈ ਜੋ ਤੁਰ ਲਿਖਿਆ ਸੋ ਕੋਇ ਨ ਮੇਟੈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨ ਦੂਜਾ ਕੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਗੁਰਤਾ ਗੱਦੀ ਤੇ ਸਿੰਘਾਸਨ ਪਰ ਸੁਭਾਇਮਾਨ ਚੌਵਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਹਾਂ ਕਿਰਪਾਲਤਾ ਕੀਤੀ। ਗੁਰੂ ਸਾਹਿਬ ਜੀ ਨੇ ਦਰਸ਼ਨ ਬਖਸ਼ੇ। ਮਹਾਰਾਜ ਜੀ ਦੇ ਹਜ਼ੂਰ ਨਾਮ ਦੀ ਵਰਖਾ ਹੋਈ। ਅੰਮ੍ਰਿਤ ਵੇਲੇ ਤੋਂ 5 ਬਾਣੀਆਂ ਦੇ ਨਿਤਨੇਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵਾਹਿਗੁਰੂ ਮੰਤਰ ਦੇ ਜਾਪ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਹਨ। ਉਪਰੰਤ ਲੜੀਵਾਰ ਗੁਰਬਾਣੀ ਦੀ ਕਥਾ ਜੋ ਆਪਾਂ ਰੋਜ਼ ਵਿਚਾਰਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਬਦਾਂ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਠ ਰਾਗ ਵਿੱਚ ਜਿਵੇਂ ਕਿਰਪਾ ਕਰ ਰਹੇ ਹਨ ਸਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਉਪਦੇਸ਼ ਵਿਚਾਰ ਕੇ ਲਾਹਾ ਪ੍ਰਾਪਤ ਕਰੀਏ। ਸੋਠ ਮਹੱਲਾ ਤੀਜਾ। ਹਰ ਜੀਉ ਤੁਧਨੁ ਸਦਾ ਸਾਲਾ ਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ। ਕਹਿੰਦੇ ਹੈ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਚਾਹੁੰਦਾ ਜਦੋਂ ਤੱਕ ਮੇਰੇ ਸਰੀਰ 'ਚ ਸਵਾਸ ਨੇ ਮੈਂ ਤੁਹਾਡੀ ਸਿਫਤ ਸਲਾਹ ਕਰਦਾ ਰਹਾਂ। ਜਦੋਂ ਤੱਕ ਜਿੰਦ ਹੈ ਇਸ ਸਰੀਰ ਦੇ ਅੰਦਰ ਸਵਾਸ ਚੱਲਦੇ ਨੇ ਜਿਚਰ ਘਟ ਅੰਤਰ ਹੈ ਸਾਸਾ। ਸਾਸਾ ਦਾ ਮਤਲਬ ਸਵਾਸ, ਘਟ ਹਿਰਦਾ। ਜਦੋਂ ਤੱਕ ਇਸ ਹਿਰਦੇ 'ਚ ਸਵਾਸ ਚੱਲ ਰਹੇ ਨੇ ਮੈਂ ਚਾਹੁੰਦਾ ਹੈ ਅਕਾਲ ਪੁਰਖ ਵਾਹਿਗੁਰੂ ਉਦੋਂ ਤੱਕ ਮੇਰੇ ਤੋਂ ਤੇਰੀ ਸਿਫਤ ਹੁੰਦੀ ਰਹੇ। ਕੋਈ ਐਸਾ ਸਮਾਂ ਨਾ ਵਿੱਚੋਂ ਜਾਵੇ ਜਦੋਂ ਜਿਸ ਸਮੇਂ ਨੂੰ ਮੈਂ ਵਿਅਰਥ ਆਖ ਸਕਾਂ। ਸਰੀਰ ਵਿੱਚ ਜਾਨ ਹੈ, ਸਵਾਸ ਚੱਲਦੇ ਨੇ, ਹਰ ਸਵਾਸ ਮੈਂ ਤੈਨੂੰ ਗਾ ਸਕਾਂ, ਤੈਨੂੰ ਧਿਆ ਸਕਾਂ। ਐਸੀ ਮੇਰੇ ਤੇ ਤੁਸੀਂ ਕਿਰਪਾ ਕਰੋ। ਇੱਕ ਪਲ ਖਿਨ ਵਿਸਰਿਆ ਤੂੰ ਸੁਆਮੀ ਜਾਣੂ ਬਰਸ 50। ਕਹਿੰਦੇ ਇੱਕ ਪਲ ਦਾ ਸਮਾਂ, ਇੱਕ ਖਿਣ ਦਾ ਸਮਾਂ ਵੀ ਤੂੰ ਵਿਸਰ ਜਾਵੇਂ ਤੇ ਮੈਨੂੰ ਐਵੇਂ ਲੱਗਦਾ ਜਿਵੇਂ 50 ਸਾਲ ਹੋ ਗਏ ਤੈਨੂੰ ਯਾਦ ਕੀਤੇ। ਜਾਣੋ ਬਰਸ 50। 50 ਸਾਲ ਜਿਵੇਂ ਹੋ ਜਾਣ ਨਾ, 50 ਬਰਸ, ਇਵੇਂ ਇੱਕ ਖਿਣ ਮੈਨੂੰ ਲੱਗਦਾ ਜੇ ਤੂੰ ਯਾਦ ਨਾ ਆਵੇਂ ਤਾਂ। ਖਿਣ ਸਾਧ ਸੰਗਤ ਜੀ ਜਿਹੜਾ ਇਹ ਇੱਕ ਵਾਰੀ ਆਪਾਂ ਘਟ ਸ਼ਬਦ ਬੋਲੀਏ ਤੇ 2 ਖਿਣ ਇੰਨੇ 'ਚ ਬਤੀਤ ਹੁੰਦੇ। ਮੰਨ ਲਓ ਮੈਂ ਆਖ ਦਿੱਤਾ ਘਟ, ਇੰਨੇ ਚਿਰ 'ਚ 2 ਖਿਣ ਲੰਘ ਗਏ ਨੇ। ਇੰਨਾ ਸੂਖਮ ਜਿਹਾ ਸਮਾਂ ਵੀ ਮਹਾਰਾਜ ਦੇ ਇਹ ਬਚਨ ਨੇ ਵੀ ਜੇ ਇੰਨਾ ਕੁ ਸਮਾਂ ਵੀ ਤੂੰ ਸਾਨੂੰ ਯਾਦ ਨਹੀਂ ਆਉਂਦਾ ਤੇ ਐਂ ਲੱਗਦਾ 50 ਸਾਲ ਹੋ ਗਏ ਤੈਨੂੰ ਯਾਦ ਕੀਤੇ। ਇੱਕ ਖਿਣ ਮਾਤਰ ਦਾ ਸਮਾਂ ਵੀ 50 ਸਾਲਾਂ ਜਿੰਨਾ ਸਾਨੂੰ ਲੱਗਣ ਲੱਗ ਪੈਂਦਾ। ਇੱਕ ਖਿਣ ਪਲ ਵਿਸਰਿਆ ਤੂੰ ਸੁਆਮੀ ਜਾਣੋ ਬਰਸ 50। ਭਾਵ ਇੱਕ ਖਿਣ ਵੀ ਤੇਰੀ ਯਾਦ ਤੋਂ ਬਿਨਾਂ ਅਸੀਂ ਬਤੀਤ ਨਹੀਂ ਕਰਨਾ ਚਾਹੁੰਦੇ। ਤੂੰ ਐਸੀ ਸਾਡੇ ਤੇ ਕਿਰਪਾ ਕਰ। ਹਮ ਮੂੜ ਮੁਗਧ ਸਦਾ ਸੇ ਭਾਈ। ਕਹਿੰਦੇ ਅਸੀਂ ਤੇ ਸਦਾ ਤੋਂ ਮੂਰਖ ਸਾਂ, ਜੜ ਮੂਰਖ ਸਾਂ। ਕੋਈ ਸਾਨੂੰ ਗਿਆਨ ਨਹੀਂ ਸੀ, ਕੋਈ ਸੋਝੀ ਨਹੀਂ ਸੀ। ਗੁਰ ਕਾ ਸ਼ਬਦ ਪ੍ਰਗਾਸਾ। ਗੁਰੂ ਦੇ ਸ਼ਬਦ ਕਰਕੇ ਕਹਿੰਦੇ ਅੰਦਰ ਪ੍ਰਕਾਸ਼ ਹੋਇਆ ਗਿਆਨ ਦਾ। ਮਹਾਰਾਜ ਦੇ ਉਪਦੇਸ਼ ਨੇ ਸੋਝੀ ਬਖਸ਼ੀ ਆ। ਨੇ ਤੇ ਅਸੀਂ ਤਾਂ ਸ਼ੁਰੂ ਤੋਂ ਹੀ ਮੂਰਖ ਸਾਂ, ਸਾਨੂੰ ਕੋਈ ਪਤਾ ਨਹੀਂ ਸੀ, ਕੋਈ ਗਿਆਨ ਨਹੀਂ ਸੀ ਚੰਗੇ ਮਾੜੇ ਦਾ, ਕੋਈ ਸੋਝੀ ਨਹੀਂ ਸੀ ਵੀ ਆਪਣਾ ਜਨਮ ਕਿਵੇਂ ਸਫਲਾ ਕਰਨਾ। ਇਸ ਗੱਲ ਦਾ ਕਿੱਥੋਂ ਪਤਾ ਲੱਗਣਾ ਸੀ ਵੀ ਇੱਕ ਖਿਣ ਪਲ ਦਾ ਸਮਾਂ ਵੀ ਲੰਘ ਜਾਂਦਾ ਤੇ ਐਂ ਲੱਗਦਾ ਵੀ ਜਿਵੇਂ 50 ਸਾਲ ਹੋ ਗਏ ਤੈਨੂੰ ਯਾਦ ਕੀਤੇ। ਇੱਕ ਖਿਣ ਤੇਰੀ ਯਾਦ ਤੋਂ ਬਿਨਾਂ ਸਾਨੂੰ 50 ਸਾਲਾਂ ਵਰਗੀ ਲੱਗਦੀ।
ਜਿਵੇਂ ਮਹਾਰਾਜ ਜੀ ਦੇ ਬਚਨ ਨੇ ਨਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲ ਗਿਆ ਪਰੇ ਤੁਧ ਭਗਵੰਤਾ। ਮੋਹ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ। ਕਹਿੰਦੇ ਜੇ ਤੂੰ ਇੱਕ ਘੜੀ ਨਹੀਂ ਨਾ ਮਿਲਦਾ, ਮੇਰੀ ਸਾਰੀ ਰਾਤ ਨਹੀਂ ਲੰਘਦੀ, ਨੀਂਦ ਨਹੀਂ ਆਉਂਦੀ। ਮੈਨੂੰ ਐਂ ਲੱਗਦਾ ਵੀ ਪਤਾ ਨਹੀਂ ਕਦੋਂ ਦਾ ਤੈਨੂੰ ਚੇਤੇ ਕੀਤਾ। ਇੱਕ ਘੜੀ ਵੀ ਮੈਨੂੰ ਐਂ ਲੱਗਦੀ ਹੈ ਵੀ ਜਿਵੇਂ ਇੱਕ ਸਾਲ ਹੋ ਗਿਆ ਹੁੰਦਾ। ਇਹ ਸੋਝੀ ਨਹੀਂ ਸੀ ਸਾਨੂੰ, ਇਹ ਤੇ ਗੁਰੂ ਦੇ ਸ਼ਬਦ ਨੇ ਕਹਿੰਦੇ ਪ੍ਰਕਾਸ਼ ਕੀਤਾ, ਗਿਆਨ ਬਖਸ਼ਿਆ। ਪਰ ਇੱਕ ਖਿਣ ਦਾ ਸਮਾਂ ਵੀ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਤੋਂ ਬਿਨਾਂ ਲੰਘਣਾ ਨਹੀਂ ਚਾਹੀਦਾ। ਪਰ ਹੁਣ ਇੱਥੇ ਆਪਾਂ ਵਿਚਾਰ ਕਰਾਂਗੇ ਵੀ ਮੰਨ ਲਓ ਆਪਾਂ ਜਾਗਦੇ ਹੋਏ ਤੇ ਚੇਤੇ ਕਰਾਂਗੇ, ਜਦੋਂ ਸੌਂ ਜਾਵਾਂਗੇ ਤੇ ਫਿਰ ਤਾਂ ਸਾਰਾ ਸਮਾਂ ਉਹਦੀ ਯਾਦ ਤੋਂ ਬਿਨਾਂ ਹੀ ਲੰਘਣਾ ਨਾ। ਨਹੀਂ, ਜਦੋਂ ਜਾਗਦੇ ਹੋਏ ਅਭਿਆਸ ਪਕਾ ਲਈਦਾ ਨਾ ਜੀ, ਫਿਰ ਸੁੱਤੇ ਪਿਆਂ ਵੀ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਚੱਲਦੀ ਰਹਿੰਦੀ। ਜਿਵੇਂ ਸੁੱਤੇ ਹੋਏ ਦੇ ਸਵਾਸ ਆਪਣੇ ਆਪ ਚੱਲਦੇ ਆ, ਜਿਵੇਂ ਸੁੱਤੇ ਪਏ ਦਾ ਦਿਲ ਆਪਣੇ ਆਪ ਪੰਪ ਕਰਦਾ, ਜਿਵੇਂ ਸੁੱਤੇ ਪਏ ਦੀਆਂ ਕਿਡਨੀਆਂ ਆਪੇ ਵਰਕ ਕਰੀ ਜਾਂਦੀਆਂ, ਇਵੇਂ ਸੁੱਤੇ ਪਏ ਦੇ ਅੰਦਰ ਸਵਾਸਾਂ 'ਚ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਆਪਣੇ ਆਪ ਚੱਲਦੀ ਰਹਿੰਦੀ। ਸੁੱਤੇ ਪਏ ਦੇ ਵੀ ਜਿਨ੍ਹਾਂ ਦੇ ਸਵਾਸਾਂ ਵਿੱਚ ਪ੍ਰਮਾਤਮਾ ਦੀ ਯਾਦ ਵਸ ਜਾਂਦੀ। ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਾਹੜ ਜਨਮ ਨਾ ਆਵਾ। ਕਹਿੰਦੇ ਇੱਕ ਵਾਰ ਸ਼ਬਦ ਪ੍ਰਾਣਾਂ 'ਚ ਵਸ ਗਿਆ, ਜਿਵੇਂ ਜਿਵੇਂ ਪ੍ਰਾਣ ਚੱਲਣਗੇ ਤਿਵੇਂ ਤਿਵੇਂ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵੀ ਚੱਲੇਗੀ। ਫਿਰ ਭਾਵੇਂ ਆਦਮੀ ਸੁੱਤਾ ਪਿਆ, ਜਾਗਦਾ, ਪ੍ਰਸ਼ਾਦਾ ਪਾਣੀ ਛਕੀ ਜਾਂਦਾ, ਕੁਝ ਵੀ ਹੈ, ਫਿਰ ਪ੍ਰਮਾਤਮਾ ਦੀ ਯਾਦ ਨਿਰੰਤਰ ਚੱਲਦੀ ਹੈ। ਇਸ ਲਈ ਕਹਿੰਦੇ ਨੇ ਸਾਨੂੰ ਸੋਝੀ ਨਹੀਂ ਸੀ, ਸਾਨੂੰ ਕੀ ਪਤਾ ਸੀ ਕਿ ਇੱਕ ਖਿਣ ਦਾ ਸਮਾਂ ਵੀ ਤੇਰੀ ਯਾਦ ਤੋਂ ਬਿਨਾਂ ਇਉਂ ਲੰਘਦਾ ਜਿਵੇਂ 50 ਸਾਲ ਹੋਣ। ਇਹ ਤਾਂ ਸੋਝੀ ਗੁਰੂ ਦੇ ਉਪਦੇਸ਼ ਨੇ ਬਖਸ਼ੀ। ਹਮ ਮੂੜ ਮੁਗਧ ਸਦਾ ਸੇ ਭਾਈ, ਕਹਿੰਦੇ ਅਸੀਂ ਸਦਾ ਤੋਂ ਹੀ ਮੂਰਖ ਸਾਂ, ਪਤਾ ਨਹੀਂ ਕਿੰਨੇ ਜਨਮਾਂ ਤੋਂ ਆ ਰਹੇ ਹਾਂ ਜਾ ਰਹੇ ਹਾਂ, ਪਰ ਇਹ ਸੋਝੀ ਨਹੀਂ ਸੀ। ਗੁਰ ਕਾ ਸ਼ਬਦ ਪ੍ਰਗਾਸਾ, ਕਹਿੰਦੇ ਇਹ ਤੇ ਪ੍ਰਕਾਸ਼ ਗੁਰੂ ਦੇ ਉਪਦੇਸ਼ ਨੇ ਬਖਸ਼ਿਆ ਭਈ ਇੱਕ ਖਿਣ ਵੀ ਤੇਰਾ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਨਹੀਂ ਲੰਘਣਾ ਚਾਹੀਦਾ। ਹਰ ਜੀਓ ਤੁਮ ਆਪੇ ਦੇਹੋ ਬੁਝਾਈ, ਕਹਿੰਦੇ ਤੂੰ ਆਪ ਹੀ ਸਮਝਾਉਣਾ ਜਿਹਨੂੰ ਸਮਝਾਉਣਾ। ਆਪਣੇ ਆਪ ਕਿਸੇ ਨੂੰ ਇਹ ਸੋਝੀ ਨਹੀਂ ਹੁੰਦੀ। ਆਪਣੇ ਆਪ ਦੁਨਿਆਵੀ ਗਿਆਨ ਆਪਾਂ ਬਥੇਰਾ ਇਕੱਠਾ ਕਰ ਲੈਂਦੇ ਹਾਂ, ਪਰ ਇਹ ਜਿਹੜਾ ਗਿਆਨ ਆਤਮਿਕ ਗਿਆਨ ਹੈ, ਇਹ ਆਪਣੇ ਆਪ ਕਿਤੋਂ ਨਹੀਂ ਮਿਲਦਾ ਜਿੰਨੀ ਦੇਰ ਗੁਰੂ ਸਾਹਿਬ ਜੀ ਕਿਰਪਾ ਕਰਕੇ ਸੋਝੀ ਨਾ ਬਖਸ਼ਣ। ਹਰ ਜੀਓ ਤੁਮ ਆਪੇ ਦੇਹੋ ਬੁਝਾਈ, ਤੁਸੀਂ ਆਪ ਕਿਰਪਾ ਕਰਕੇ ਸਾਨੂੰ ਵੀ ਸਮਝਾ ਦਿਓ ਮਹਾਰਾਜ ਕਿਵੇਂ ਆਪਣਾ ਸਮਾਂ ਸਫਲਾ ਕਰਨਾ। ਹਰ ਜੀਓ ਤੁਧ ਵਿਟੋ ਵਾਰਿਆ ਸਦਹੀ, ਕਹਿੰਦੇ ਅਸੀਂ ਤੇਰੇ ਤੋਂ ਸਦਾ ਕੁਰਬਾਨ ਜਾਂਦੇ, ਸਦਾ ਤੇਰੇ ਤੋਂ ਬਲਹਾਰ ਜਾਂਦੇ ਹਾਂ। ਤੇਰੇ ਨਾਮ ਵਿਟੋ ਬਲ ਜਾਈ, ਤੇਰੇ ਨਾਮ ਤੋਂ ਬਲਹਾਰ, ਨਾਮੀ ਤੋਂ ਬਲਹਾਰ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ। ਹਮ ਸ਼ਬਦ ਮੂਏ ਸ਼ਬਦ ਮਾਰ ਜੀ ਵਾਲੇ ਭਾਈ, ਕਹਿੰਦੇ ਅਸੀਂ ਗੁਰੂ ਦੇ ਉਪਦੇਸ਼ ਦੁਆਰਾ ਜੀਵਤ ਭਾਵ ਤੋਂ ਮਰੇ ਹਾਂ। ਸਾਨੂੰ ਪਤਾ ਹੈ ਕਿ ਜੀਵਤ ਭਾਵ ਤੋਂ ਮਰੇ ਤੋਂ ਬਿਨਾਂ ਪਰਮੇਸ਼ਰ 'ਚ ਭੇਦ ਨਹੀਂ ਹੋਈਦਾ। ਜਿੰਨੀ ਦੇਰ ਆਪਾਂ ਆਪਣੀ ਹਉਮੈ ਨਹੀਂ ਛੱਡਦੇ, ਹੰਕਾਰ ਨਹੀਂ ਤਿਆਗਦੇ, ਆਪਣੇ ਆਪ ਵਿੱਚ ਕੁਝ ਬਣੀ ਬੈਠੇ ਆ, ਉਨੀ ਦੇਰ ਪ੍ਰਮਾਤਮਾ ਨਾਲ ਮਿਲਾਪ ਨਹੀਂ ਹੈ। ਹਮ ਸ਼ਬਦ ਮੂਏ, ਕਹਿੰਦੇ ਗੁਰੂ ਦੇ ਉਪਦੇਸ਼ ਨੇ ਸਾਨੂੰ ਜੀਵਤ ਭਾਵ ਤੋਂ ਮਾਰਿਆ। ਸ਼ਬਦ ਮਾਰ ਜੀ ਵਾਲੇ ਭਾਈ, ਕਹਿੰਦੇ ਗੁਰੂ ਦਾ ਉਪਦੇਸ਼ ਹੀ ਆ ਜਿਹੜਾ ਜੀਵਤ ਭਾਵ ਤੋਂ ਮਾਰ ਕੇ ਪਰਮੇਸ਼ਰ ਨਾਲ ਮਿਲਾ ਦਿੰਦਾ। ਭਾਵ ਹੰਕਾਰ ਖਤਮ ਕਰਕੇ ਮਨ ਮਾਰ ਕੇ ਅਕਾਲ ਪੁਰਖ ਵਾਹਿਗੁਰੂ 'ਚ ਭੇਦ ਕਰਨ ਵਾਲਾ ਗੁਰੂ ਸਾਹਿਬ ਦਾ ਉਪਦੇਸ਼ ਹੈ। ਸ਼ਬਦੇ ਹੀ ਮੁਕਤ ਪਾਈ, ਕਹਿੰਦੇ ਅਸੀਂ ਉਪਦੇਸ਼ ਵਿੱਚੋਂ ਹੀ ਮੁਕਤੀ ਪ੍ਰਾਪਤ ਕੀਤੀ। ਜੇ ਗੁਰੂ ਸਾਹਿਬ ਜੀ ਦਾ ਸ਼ਬਦ ਨਾ ਕਮਾਉਂਦੇ, ਉਪਦੇਸ਼ ਨਾ ਕਮਾਉਂਦੇ, ਤਾਂ ਸਾਨੂੰ ਕਦੇ ਬੰਧਨਾਂ ਤੋਂ ਖਲਾਸੀ ਨਾ ਮਿਲਦੀ, ਕਦੇ ਮੁਕਤ ਨਾ ਹੁੰਦੇ। ਸ਼ਬਦੇ ਮਨ ਤਨ ਨਿਰਮਲ ਹੋਵਾ, ਕਹਿੰਦੇ ਮਨ ਤਨ ਦੀ ਪਵਿੱਤਰਤਾ ਸ਼ਬਦ ਕਰਕੇ ਹੋਈ ਗੁਰਮੁਖੋ। ਜਿਵੇਂ ਜਿਵੇਂ ਕੋਈ ਸ਼ਬਦ ਦਾ ਅਭਿਆਸ ਕਰਦਾ, ਤਿਵੇਂ ਤਿਵੇਂ ਮਨ ਦੀ ਪਵਿੱਤਰਤਾ ਬਣਦੀ। ਗੁਰੂ ਸਾਹਿਬ ਦੇ ਬਚਨ ਨੇ ਗੁਣ ਗਾਵਤ ਤੇਰੀ ਉਤਰ ਸਮੈਲ, ਜਿਵੇਂ ਜਿਵੇਂ ਪ੍ਰਮਾਤਮਾ ਦੇ ਗੁਣ ਗਾਈ ਜਾਵਾਂਗੇ ਤਿਵੇਂ ਤਿਵੇਂ ਮਨ ਦੀ ਮੈਲ ਉਤਰਦੀ ਜਾਵੇਗੀ। ਜਿਵੇਂ ਜਿਵੇਂ ਕੋਈ ਸ਼ਬਦ ਦਾ ਅਭਿਆਸ ਕਰਦਾ, ਤਿਵੇਂ ਤਿਵੇਂ ਮਨ ਦੀ ਨਿਰਮਲਤਾ ਹੁੰਦੀ। ਸ਼ਬਦੇ ਮਨ ਤਨ ਨਿਰਮਲ ਹੋਵਾ, ਹਰ ਵਸਿਆ ਮਨ ਆਈ, ਕਹਿੰਦੇ ਹਰੀ ਅਕਾਲ ਪੁਰਖ ਵਾਹਿਗੁਰੂ ਫਿਰ ਉਸ ਨਿਰਮਲ ਹੋਏ ਮਨ ਵਿੱਚ ਆਣ ਕੇ ਵਸਦਾ। ਪ੍ਰਮਾਤਮਾ ਦਾ ਵਾਸਾ ਪਵਿੱਤਰ ਹੋਏ ਮਨ ਵਿੱਚ ਸਦਾ ਲਈ ਹੋ ਜਾਂਦਾ। ਸ਼ਬਦ ਗੁਰ ਦਾਤਾ ਜਿਤ ਮਨ ਰਾਤਾ, ਕਹਿੰਦੇ ਉਹ ਸ਼ਬਦ ਦਾ ਦਾਤਾ ਜੋ ਗੁਰੂ ਹੈ, ਜਿਸ ਦਾ ਵੀ ਮਨ ਉਹਦੇ ਚਰਨਾਂ ਵਿੱਚ ਰੰਗਿਆ ਗਿਆ, ਲੀਨ ਹੋਇਆ। ਸ਼ਬਦ ਗੁਰ ਦਾਤਾ, ਕਿਉਂਕਿ ਸ਼ਬਦ ਦੇ ਦਾਤੇ ਗੁਰੂ ਸਾਹਿਬ ਨੇ। ਜਿਤ ਮਨ ਰਾਤਾ, ਜਿਸ ਦਾ ਮਨ
महाराज जी के चरनां दे प्रेम विच रंगिया जावे। हर सिओ रहिया समाई, कहंदे वो हरि विच समाया हुंदा गुरमुखो, ओहदी अकाल पुरख वाहिगुरू विच ही समाई हुंदी है। उन्हें कोई शरीर छड्ड के परमात्मा च नहीं समाउणा, जिन्नी देर शरीर विच है तां भी वो परमात्मा विच ही भेजदा। क्यों? क्योंकि शब्द दे दाते गुरु साहब जी के चरनां नाल उहदा मन रंगिया हुंदा। ऐसे गुरमुख दा मन च प्रेम हुंदा, महाराज दे शब्द दा मन विच प्रेम है। शब्द ना जाने से अन्ने बोले, कहते जिहड़े गुरु के उपदेश नूं नहीं ना जानते वो अन्ने ने बोले ने। भाव अन्ने ने महाराज दे दर्शन नहीं करने, बोले ने गुरु साहब जी का शब्द नहीं कन्ना च पैन देना। महाराज जिवें वचन ना कहते माया धारी अत अन्ना बोला, शब्द ना सुनी बहरोल कचोला। अन्ना बोला ना कहते, क्योंकि माया धारी नूं अपनी माया का हंकार हुंदा, इस करके गुरु के उपदेश नूं सुन के राजी नहीं हुंदा। वो सोचदा मैनूं लोड़ नहीं, क्योंकि मेरे कोल ते सारा कुछ है, फिर मैं उपदेश की करनूं सुना। दर्शनां वल्लों अन्ना ते महाराज दे वचन सुनने वल्लों बोला हुंदा। उवें उहनूं दिस रिहा अखां तो सारा कुछ, संसार देखण लई ठीक है, पर महाराज दे दर्शन देखण वाले पासों अन्ना ही है, वो नहीं देखण। होर सब कुछ सुनी जाना, पर गुरु की बाणी नहीं सुननी, महाराज का उपदेश नहीं सुनना। कहते शब्द वालों ते बोला भाई, शब्द वाले पास शब्द ना जाने से अन्ने बोले। कहते जिहड़े शब्द नूं नहीं जानते, गुरमुखो दा महात्म नहीं जानते, शब्द की वडियाई नहीं जानते, वो अन्ने ने अते बोले ने। से केता आए संसार, कहते काहदे लई आए हो संसार ते? जे महाराज जी का शब्द नहीं सी जपना फिर क्यों संसार ते आए? चौथे पातशाह जी का शक्का हैगा ना आसा जी दी वार विच, जिन्हें ऐसा हर नाम ना चेते उसे काहे जा गाए राम राजे। कहते जिन्हों ने यह नाम नहीं सी जपना क्यों आए दुनिया ते? ये चौथे पातशाह के बचन ने। क्यों संसार ते आए जे नाम ही नहीं सी जपना? था जिन्हें ऐसा हर नाम ना चेते उसे काहे जा गाए राम राजे। यह मानस जन्म दुलंभ है, नाम बिना बिरथा सब जाए। कहते मानस जन्म बहुत कीमती है, बहुत दुर्लभ है, पर नाम तो बिना खाली जा रहे, नाम तो बिना व्यर्थ जा रहा है। हुण वत्तै हर नाम ना बीजियो। कहते हुण नाम बीजण दा वत्तर सी, रुत सी, हुण समा सी कोई नाम बीज लिया जाता। हुण वत्तै हर नाम ना बीजियो, अगे भुखा क्या खाए। कहते फिर जिन्हें बीजा कुछ नहीं अगे खाना की भाई उन्हें, क्योंकि वाधा तो बीजण करके ही हुंदा ना। कोई फसल एक बीज आप बीजते तो उहदे तो हज़ारां हो जाते, तो जे बीजिया नहीं तो खाना की। जे भाई गुरदास जी कहते ने जैसे धूड़ एक तिल जैसे धूड़ मिल बूट बद, एक से अनेक होए प्रगट संसार में। कहते एक तिल तुसीं धरती च मिट्टी च बीज दिओ तो उस एक तिल तो हज़ारां बन जाते। कोई कर कोयला चबाए को खाल कड़े रेवड़ी के, को करे तिलवा मलाए गुर बार में। कहते जे एक तिल किसी ने बीजिया उहदे तो सैकड़े होए, सैकड़े बीजे हज़ारां लखां हो गए। फिर उन्हां तिलां नूं कोई रेवड़ियां ते ला के खा लैंदा, कोई उन्हां तिलां दे विच गुड़ मिला के सर्दियां च उहदी कुल्लर बना के खा लैंदा। कोऊ लै चबाए कोऊ खाल कढ़ रेवड़ी के, कहते कोई उदां चब लैंदे। कई तिलां नूं रेवड़ियां ते ला के खांदे जिवें गुड़ दीयां रेवड़ियां हुंदियां। पर जे बीजे नहीं तो फिर खा नहीं सकते। हुण वत्ते हर नाम ना बीजियो। कहते हुण वत्तर सी समा सी नाम बीजण दा, पर बीजिया नहीं। अगे भुखा क्या खाए? कहते फिर अगे की खावेगा भुखा? जिन्हें नाम नहीं बीजिया उन्हें उसकी तृप्ति कित्थों होनी? फिर मन मुखा नूं फिर जन्म है। नानक हर भाई कहते हरि नूं यही पाउंदा है, मन मुख फिर आवेगा, फिर जावेगा, फिर आवेगा, जावेगा, जूना च तुरिया फिरना। क्यों? क्योंकि हुण मानस जन्म दुर्लभ मिलिया से, हुण नाम जपिया नहीं, तो जे जपिया नहीं महाराज कहते फिर मानस जन्म लैके आउण दा की लाभ होया? गुरमुखो जिन्हें ऐसा हर नाम ना चेते उसे काहे जाग आए राम राज। इन्ना कीमती मनुखा जन्म लैके आउण दा लाभ की होया जे वाहिगुरू वाहिगुरू नहीं सी करना, तो जे जपना नहीं सी।
शब्द ना जाने सियाने बोले से कहता है संसारा। महाराज गुरु अमरदास साहब जी के बचन कहते क्यों आए फिर वो संसार ते, जे शब्द वालों उन्होंने अन्ने बोले रहना सी, जे महाराज के दर्शन नहीं सी करने, कन्ना च कोई बाणी पैण नहीं सी देनी, तो फिर की लेना इस संसार ते भाई। हर रस ना पाया बिरथा जन्म गवाया, कहते हरी रस कदे चखिया ही नहीं, सारा जन्म व्यर्थ ही गया, सारा जन्म। क्योंकि कदे नाम चों, बाणी चों, कथा चों, कीर्तन चों, नितनेम चों रस नहीं लिया। भावें रस कदे कदे ही आउंदा, पर आउंदा जरूर सत्संग। जदों आउंदा उदों समय का चेता नहीं रहिंदा, किहड़े वेले समा लंघ गया। जदों आनंद आ रहा होवे फिर समय वाल ध्यान नहीं हुंदा। पर जे कहंदे कदे आनंद चखिया ही नहीं, हर रस ना पाया बिरथा जन्म गवाया, कहंदे हरी रस प्राप्त नहीं किया, सारा जन्म ही एवें गवा लिया, व्यर्थ। जमे वारो वार, कहंदे वार वार जम्मणगे, वार वार जन्म लैणगे, फिर मौत होवेगी, फिर जन्म लैणगे, फिर मौत होवेगी, इस गेड़ च पै जाणगे। फिर ते अगे भी एक दिन बेनती की सी, जिहड़ा वार वार दा जम्मना मरना, इहदा मतलब ये नहीं भी हर वारी मनुखा जन्म लैके जन्म लैना। वार वार दा जम्मण मरण दा मतलब ही है 84 के गेड़ च पैना। बस 1 जून चों निकले, दूसरी च, फिर तीसरी, फिर चौथी, जुगां तक यह काम चलता। फिर मर जम्या वारो वार, कहंदे इस करके हर रस ना पाया बिरथा जन्म गवाया, मर जम्या वारो वार, कहंदे सारा जन्म व्यर्थ गवा लिया, हरी रस चखण दा कदे यतन नहीं कीता, इस करके वार वार जम्मेगा मरेगा। बिष्टा के कीड़े बिष्टा माहे समाने, कहंदे ऐसे बंदे ते गंदगी दे कीड़े ने मुड़ मुड़ गंदगी च जाणगे। मनमुख मुग्ध गुबारा, कहंदे मनमुख मूर्ख है, बिल्कुल मूर्ख। मनमुखताई करदियां करदियां सारी उम्र बतीत कर देनी। मनमुख दा अर्थ हुंदा अपने मन नूं जिन्हें मुख रखिया, जिन्हें मन नूं मुखी बनाया। गुरु दे वचन नूं मुख नहीं रखिया, मन नूं मुख। मन हुण मन तां साध संगत जी फिर किसी विरले गुरमुख दा ही हुंदा जिहड़ा चंगे पासे तुरन देवे, नहीं तो मन छेती कीतिया मनदा ही नहीं महाराज दे वचन। मन मनदा किन्ने % लोकां दा मन सवेरे अमृत वेले उठण नूं मनदा, किन्ने % है जिन्हां दा मन मनदा भी सवेरे कोई जप लिया जावे, किन्ने % ने जिन्हां दा मन मनदा भी ठीक है बिना वजह झूठ क्यों बोलना पई, किन्ने % लोग ने जिन्हां दा मन मने भी गुरु साहब कहंदे ने हक पराया नानक उस सूर उस गाय ते ना खाइए किसी दा हक पाई। किन्ने % लोग ने महाराज कहंदे ने चोर की हामा भरे ना कोई, चोर की आ चंगा कि होए भी जिहड़ा आखे भी मैं चोरी नहीं करनी, किसी दी कोई चीज लभी ते चरावा ना, घट हुंदे ने। इसलिए आख्या मनमुखताई करदियां मूर्खताई करदियां सारी उम्र बतीत हो जाती। ਇਹਦਾ मतलब ये नहीं भी कोई महाराज नाराज है, मतलब ये भी महाराज ताड़ना का उपदेश दे के लीह ते लियाउणी चाहुंदे गल भी तैनूं समझ आ जाए। क्योंकि कुछ बचन महाराज जी के कुछ उपदेश कई थावां ते ताड़ना वाला हुंदा। महाराज तुम नहीं सुनियो धर्मराज, भाई तू अपनी मर्जी करी जाना, तू कदे धर्मराजे के बारे नहीं सुनिया भी उत्थे भी जाना पैना। लेखा रब मंगेसिया बैठा कढ़ बही, आपे कर वेख्या मार्ग लाए भाई तिस बनियावर न कोई। कहंदे आप ही संसार उन्हें पैदा किया और आप ही देख रहा सारियां, सब दे कर्मां नूं नोट करता पिया। आपे कर वेख्या मार्ग लाए भाई, आप ही उन्होंने कईयां नूं श्रेष्ठ मार्ग ते पा दिता। सच्चे मार्ग चलदियां उस्तत करे जहान, जिन्हां नूं सच दे मार्ग ते चला दिता उन्हां दी संसार शोभा करदा। पर यह बख्शिश उन्हें आप की, अपनी सियाणप नाल आपां नहीं कुछ कर सकते। क्योंकि गुरु साहब जी दे तां बचन ने, वो कहंदे ने मता करे पश्चिम का ताई पूर्व ही ला जात, सियाणप काहू काम ना आत। कहंदे बंदे ने मता पकाया होवे भी मैं लहिंदे पासे जाना ते पता नहीं उन्हें चढ़दे नूं ही लै जाना, सियाणप काम नहीं आउंदी हुंदी। जो अनरूपियो ठाकुर मेरे होए रही वह बात, सियाणप काहू कामना। कहंदे जो अकाल पुरख वाहिगुरु ने निर्णय किया होया ना उही होना, तेरी सियाणप काम नहीं आउणी, तेरी चितराई चल नहीं सकती।
आपे घर वेख्या मार्ग लाए भाई, तिस बिन अवर न कोई। कहते उस अकाल पुरख वाहिगुरु तो बिना कोई समर्थ है नहीं। किसी च इन्नी ताकत नहीं कि कोई मन का मता पका के बैठा होवे ते ओदी थां ते वो कोई उस मते दे उल्ट कुछ कर दे। मता करे पश्चिम गता पूर्व ही लै जा। इन्नी ताकत वाला कहते तिस बिन अवर ना कोई, कोई है नहीं परमात्मा तो बिना। जो धुर लिखिया सो कोई ना मेटा भाई। कहते जो धुर लिख मथे तो लिख दिता ना परमात्मा ने, उन्होंने कोई मेट नहीं सकता। किसी च इन्नी ताकत है नहीं। परमात्मा की चलाई हुई कलम उत्ते फिर साध संगत जी शाही फेर देवे। मथे का लेख किसी भी चलाकी नाल मेट नहीं सकता। हाँ, मेटण वास्ते गुरु साहब जी की बख्शिश समर्थ है। महाराज कर सकते। रेख च मेख वही मार सकता है जिन्हें रेख घड़ी है, दूजा नहीं। कोई कितना सियाणा होवे मथे दे भाग नहीं बदल सकता। जो तुर लिखिया सो कोई ना मेटे भाई। कहते कोई भी नहीं मेट सकता जो तुरों मथे ते लिख दिता परमात्मा ने। पर गुरु साहब साध संगत जी समर्थ होंदे, ओह रेख च मेख मार सकते। जिवें कलगीधर पातशाह जी नूं सलारदीन ने आख्या सी, महाराज एक बने तो तुहाडी बाणी दे बचन ने भी जो लिखिया वो मिट नहीं सकता। दूजे बने सिखां नान के अरदासां करदे तुसीं किसी नूं दुध बख्श दें, किसी नूं पुत्र बख्श दें, किसी नूं तंदुरुस्ती बख्श दें, किसी नूं आत्म ज्ञान बख्श दें। फिर ये किवें हो सकदा? जे उहदे कर्मां 'च ये चीज़ां नहीं लिखियां फिर किवें मिल सकदियां? तमारा साहब जी ने अपनी मोहर मंगवाई सी, शाही मोहर। वो सलारदीन काजी नूं दे के आख्या भी ये पढ़ो, इहदे ते की लिखिया। ते मोहर दे अखर पुठे हुंदे आ, आपां पढ़ नहीं सकदे हां मोहर नूं। कहंदा जी पढ़िया नहीं जाता। तमारा साहब जी ने वो शाही ला के मोहर ते जदों कागज ते लाती, कहंदे हुण पढ़ो, अखर सीधे हो गए। तो उन्होंने एकदम पढ़ता, देग तेग नुसरत देग तेग फतेह नुसरत बेदरंग। ते महाराज ने आख्या हुण किद्दां पढ़िया गया? अखर तो उही है। कहते जी हाँ अखर तो उही है, पर हुण सीधे होए ना। सीधी आऊं करके आप मोहर पढ़ियो स्टैंप ते आपां पढ़ नहीं सकते, उन्होंने पेपर ते ला देंगे तो पढ़ी जाती। क्यों? क्योंकि जदों आऊं अखा सामने आपां मोहर करते हैं तो अखर पुठे दिसने, पेपर ते लावांगे तो सीधे हो जाने। महाराज कहते कोई असीं अखर थोड़ा बदलिया, बस जिवें पेपर ते लाया मोहर दे अखर पुठियां तो सीधे हो जाते, इवें गुरु चरना जान के मत्था लाया मत्थे दे भाग पुठे तो सीधे हो जाते। काजी साहब ये गुरु दे घर दी वडियाई है। मथे दा लिखिया तो नहीं बदलेगा, पर पुठे तो सीधा कर देंगे महाराज। ये समर्था गुरु घर च हैगी। अपुष्ट बात ते भाई सिद्धरी दूत दुष्ट सजनई। महाराज दे बचन कहते पुठी गल तो सीधी हो जाती। गुरु घर आया अपुष्ट बात ते भाई सिद्धरी। कहते जेड़ा पुठा लेख होवे ना, महाराज दे चरना चाण के मत्था लाया वो सीधा हो जाता। दूत दुष्ट सजनई। कहते जेड़े तेरे दुष्ट दुश्मन ने ना तेरे सज्जन बन जाएंगे। जेड़े तेन लभदे फिरदे तेरे नाल वैर कमाउण वास्ते तेरा बुरा सोचते फिरदे है, तेरा भला सोचण लग पैणगे। बस मेर दी नजर दा ये फर्क है। दूत दुष्ट सज्जनई कहते उही सज्जन हो जाएंगे तेरे। उवें कोई अपनी चलाकी नाल आखे मैं लेख बदल लवां ते बदल नहीं सकता। जो तुर लिखिया सो कोई ना मेटा पाई, करता करे सो होई। कहते करता करे तो वह हो जाएगा। जिवें भगत नामदेव नूं कहंदे आ गऊ जी दी कर, वो कहंदा मैं नहीं कर सकता। बादशाह ऐसी क्यों होए, मेरा किया कछु ना होए। कर है राम होए है सोए। जे ये आख्या ना भी मैं नहीं कुछ कर सकता, पर नाल ये भी आख दिता भी हाँ वो कर सकता, वो समर्थ है। मैं तो नहीं कर सकता पर परमात्मा कर सकता। इत्थे भी महाराज ने आख्या भी लिखिया होया लेख कोई नहीं मेट सकता, पर नाल आख्या वो मेट सकता। जो तुर लिखिया सो कोई ना मेटे भाई, करता करे सो होई। करता जो करे वो हो जाएगा। अपनी सियाणप नाल तां नहीं मेट सकांगे, पर अकाल पुरख वाहिगुरु करता पुरख करे तो उदा ही हो जाएगा जिद्दां उहदी मर्जी हुई। वो मेट भी सकता, बदल भी सकता, नवें भी लिख सकता। क्योंकि वो समर्थ है। नानक नाम वस्या मन अंतर भाई। कहते जिन्हां दे मन अंदर नाम वस जाता गुरमुखो,
ਔਰ ਨਾ ਦੂਜਾ ਕੋਈ। ਕਹਿੰਦੇ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਪ੍ਰਮਾਤਮਾ ਵਰਗਾ ਦੂਜਾ ਹੋਰ ਕੋਈ ਹੈ ਨਹੀਂ। ਜੇ ਪ੍ਰਮਾਤਮਾ ਵਰਗਾ ਕੋਈ ਨਹੀਂ ਤਾਂ ਗੁਰੂ ਸਾਹਿਬ ਵਰਗਾ ਵੀ ਦੂਜਾ ਕੋਈ ਨਹੀਂ ਹੁੰਦਾ, ਕਿਉਂਕਿ ਗੁਰੂ ਪੂਰਾ ਹੋਵੇ ਤੇ ਉਹ ਪ੍ਰਮਾਤਮਾ ਦਾ ਹੀ ਸਰੂਪ। ਹਾਂ, ਕੱਚੇ ਪਿੱਲੇ ਨਾ ਹੁਣ ਜਿਹੜੇ ਬਥੇਰੇ ਤੁਰੇ ਫਿਰਦੇ ਇਦਾਂ ਦੇ ਨਹੀਂ। ਅਸਲ 'ਚ ਜੇ ਪੂਰਾ ਗੁਰੂ ਹੈ ਤੇ ਫਿਰ ਉਹ ਪ੍ਰਮਾਤਮਾ ਦਾ ਹੀ ਸਰੂਪ ਹੈ। ਪਰ ਆਪਾਂ ਨੂੰ ਦੇਖਣਾ ਪਏਗਾ, ਕਿਉਂਕਿ ਜਿਹੜਾ ਜਿੱਥੇ ਜਾਂਦਾ ਉਹਦੇ ਵਾਸਤੇ ਆਪਣਾ ਗੁਰੂ ਪੂਰਾ ਹੀ ਹੁੰਦਾ। ਜਿਹੜੇ ਸੱਚੇ ਸੌਦੇ ਵਾਲੇ ਦੇ ਮਗਰ ਤੁਰੇ ਫਿਰਦੇ ਉਹਨੂੰ ਪੂਰਾ ਹੀ ਸਮਝ ਕੇ ਤੁਰੇ ਫਿਰਦੇ। ਕੋਈ ਬਿਆਸ ਤੁਰਿਆ ਫਿਰਦਾ ਉਹਨਾਂ ਦੇ ਭਾਅ ਦਾ ਉਹ ਪੂਰਾ ਹੀ ਹੈ। ਕੋਈ ਨਿਰੰਕਾਰੀਆਂ ਦੇ ਮਗਰ ਤੁਰੇ ਫਿਰਦੇ ਉਹ ਵੀ ਕਹਿੰਦੇ ਸਾਡਾ ਪੂਰਾ ਹੀ ਹੈ। ਹਰੇਕ ਬੰਦੇ ਦੀ ਇਹੀ ਸ਼ਰਧਾ ਹੁੰਦੀ ਜਿੱਥੇ ਮੈਂ ਜਾਂਦਾ ਉਹ ਪੂਰਾ ਹੀ ਹੈ। ਪਰ ਵੇਖਣਾ ਪੈਂਦਾ, ਇਹ ਵਿਚਾਰ ਕਰਕੇ ਪਰਖਣਾ ਪੈਂਦਾ ਵੀ ਅਸਲ 'ਚ ਪੂਰਾ ਹੈ ਕੌਣ ਹੈ। ਪੂਰੇ ਦੀ ਨਿਸ਼ਾਨੀ ਹੈ ਵੀ ਜੇ ਪੱਥਰ 'ਚ ਪੰਜਾ ਲਾ ਦਿੱਤਾ ਅੱਜ ਤੱਕ ਲੱਗਾ, ਕੋਈ ਨਹੀਂ ਲਾ ਸਕਦਾ ਇਹਨਾਂ 'ਚ। ਇਹਨਾਂ 'ਚ ਜਿਹੜੇ ਆਹ ਲੱਖਾਂ ਲੋਕ ਮਗਰ ਲਾਈ ਫਿਰਦੇ, ਇਹਨਾਂ 'ਚ ਕਿਸੇ 'ਚ ਤਾਕਤ ਨਹੀਂ ਹੈਗੀ ਭਈ ਇੱਕ ਇੱਟ ਤੇ ਵੀ ਪੰਜਾ ਲਾ ਸਕਣ। ਪੱਥਰ ਦੇ ਏਡੇ ਤਕੜੇ ਨੂੰ ਰੋਕਣਾ ਤਾਂ ਬਹੁਤ ਦੂਰ ਦੀ ਗੱਲ। ਇਹਨਾਂ 'ਚ ਹੈ ਨਹੀਂ ਕੋਈ। ਇਹਨਾਂ 'ਚ ਐਸਾ ਸਮਰੱਥ ਨਹੀਂ ਵੀ ਤੱਤੀ ਤਵੀ ਤੇ ਬੈਠ ਕੇ ਆਖੇ ਤੇਰਾ ਕੀਆ ਮੀਠਾ ਲੱਗ। ਇਹ ਪੂਰਾ ਗੁਰੂ ਹੀ ਬੈਠ ਸਕਦਾ। ਇਹ ਤਾਂ ਤੱਤੇ ਤਵੇ ਤੇ ਹੱਥ ਨਹੀਂ ਰੱਖ ਸਕਦੇ 2 ਮਿੰਟ। ਸਾਰਾ ਦਿਨ ਤੱਤੀ ਤਵੀ ਤੇ ਬੈਠਣਾ ਤਾਂ ਬਹੁਤ ਦੂਰ ਦੀ ਗੱਲ ਹੈ। ਕੋਈ ਇਹਨਾਂ 'ਚ ਐਸਾ ਨਹੀਂ ਜਿਹੜਾ ਕਿਸੇ ਦਾ ਧਰਮ ਬਚਾਉਣ ਵਾਸਤੇ ਆਪਣੀ ਕੁਰਬਾਨੀ ਦੇ ਦੇ, ਆਪ ਜਾ ਕੇ, ਆਪ ਚੱਲ ਕੇ ਜਾ ਕੇ ਆਖੇ ਵੀ ਮੈਂ ਉਹਨਾਂ ਦਾ ਧਰਮ ਬਚਾਉਣ ਵਾਸਤੇ ਆਇਆ, ਮੈਂ ਆਪਣੇ ਸਿਰ ਦਾ ਬਲੀਦਾਨ ਦੇਵਾਂਗਾ ਪਰ ਮੈਂ ਉਹਨਾਂ ਦੇ ਧਰਮ ਦਾ ਦੀਵਾ ਨਹੀਂ ਬੁਝਣ ਦੇਣਾ। ਸਿਰਫ ਪੂਰੇ ਗੁਰੂ ਸਾਹਿਬ ਇਦਾਂ ਕਰ ਸਕਦੇ। ਕਿਸੇ 'ਚ ਇੰਨੀ ਤਾਕਤ ਨਹੀਂ ਹੁੰਦੀ ਇਦਾਂ ਕਰੇ। ਇਸ ਕਰਕੇ ਦੇਖਣਾ ਪੈਂਦਾ ਪੂਰਾ ਕੌਣ ਹੈ। ਜਿਹੜੇ ਤੱਤੀ ਤਵੀ ਤੇ ਬੈਠੇ ਸਨ ਉਹ ਪੂਰੇ, ਜਿਨ੍ਹਾਂ ਨੇ ਕਿਸੇ ਦੇ ਧਰਮ ਦਾ ਬੁਝਦਾ ਦੀਵਾ ਆਪਣਾ ਖੂਨ ਪਾ ਕੇ ਤੇਲ ਦੀ ਥਾਂ ਤੇ ਬਚਾਇਆ ਉਹ ਪੂਰੇ ਹੈ। ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਚਮਕੌਰ ਦੀ ਗਲੀ 'ਚ ਉਹਨਾਂ ਦੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਤੇ ਫਿਰ ਵੀ ਉਹ ਕਹਿੰਦੇ ਤੇਰੀ ਮਰਜ਼ੀ ਅਕਾਲ ਪੁਰਖ, ਕੋਈ ਗੱਲ ਨਹੀਂ। ਇੱਕ ਨੂੰ ਸ਼ਹੀਦ ਕਰਾ ਕੇ ਦੂਜੇ ਨੂੰ ਹੱਥੀਂ ਤੋੜ ਦਿੰਦੇ ਧਰਮ ਵਾਸਤੇ। ਕੋਈ ਜ਼ਮੀਨ ਦੀ ਲੜਾਈ ਤਾਂ ਹੈ ਹੀ ਨਹੀਂ ਸੀ ਮਹਾਰਾਜ ਦੀ। ਪੂਰਾ ਹੀ ਏਦਾਂ ਕਰ ਸਕਦਾ ਗੁਰਮੁਖੋ। ਇਸ ਕਰਕੇ 10ਵੇਂ ਪਾਤਸ਼ਾਹ ਜੀ ਨੇ ਪਰਿਕਰਮਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕ ਕੇ ਆਖਿਆ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਫਿਰ ਤਾਂ ਕਰਕੇ ਪੂਰੇ ਦੇ ਲੜ ਲਾਇਆ। ਉਵੇਂ ਤਾਂ ਸਾਰੇ ਆਖੀ ਜਾਂਦੇ ਮੇਰਾ ਵੀ ਪੂਰਾ ਜੀ, ਸਾਡਾ ਵੀ ਪੂਰਾ ਹੀ ਹੈ, ਪਰ ਵਿਚਾਰ ਕਰਕੇ ਦੇਖੋ ਪੂਰੇ ਦੀਆਂ ਨਿਸ਼ਾਨੀਆਂ ਹੁੰਦੀਆਂ। ਐਵੇਂ ਨਹੀਂ ਆਖ ਦੇਣਾ ਹੁੰਦਾ ਵੀ ਇਹ ਵੀ ਪੂਰਾ ਆ। ਉਹਨਾਂ ਨਿਸ਼ਾਨੀਆਂ ਤੇ ਪੂਰਾ ਉਤਰੇ ਤੇ ਪੂਰਾ, ਉਵੇਂ ਨਹੀਂ। ਨਾਨਕ ਨਾਮ ਵਸਿਆ ਮਨ ਅੰਤਰ ਪਾਈ ਅਵਰ ਨਾ ਦੂਜਾ ਕੋਈ। ਫਿਰ ਸਮਝ ਆ ਜਾਂਦੀ ਵੀ ਇਹਦੇ ਵਰਗਾ ਦੂਸਰਾ ਕੋਈ ਹੋਰ ਹੈ ਨਹੀਂ। ਜੇ ਮਹਾਰਾਜ ਨੇ ਕਹਿਣਾ ਸਭ ਤੇ ਵੱਡਾ ਸਤਿਗੁਰੂ ਨਾਨਕ ਜਨ ਕਲ ਰਾਖੀ ਮੇਰੀ, ਤੇ ਉਵੇਂ ਹੀ ਨਹੀਂ ਆਖ ਦਿੱਤਾ। ਵਾਕਿਆ ਹੀ ਸਭ ਤੋਂ ਵੱਡੇ ਨੇ ਗੁਰੂ ਨਾਨਕ ਪਾਤਸ਼ਾਹ। ਤਾਂ ਇਹ ਬਚਨ 5ਵੇਂ ਪਾਤਸ਼ਾਹ ਜੀ ਨੇ ਕੀਤਾ। ਉਹਨਾਂ ਇਹ ਨਹੀਂ ਆਖਿਆ ਵੀ ਬਾਕੀ ਆਓ ਉਹ ਛੋਟਾ ਉਹ ਛੋਟਾ। ਕਿਸੇ ਨੂੰ ਛੋਟਾ ਆਖਣ ਨਾਲ ਮਹਾਰਾਜ ਨੇ ਆਖ ਦਿੱਤਾ ਵੀ ਇਹ ਵੱਡੇ ਆ ਗੁਰੂ ਨਾਨਕ ਪਾਤਸ਼ਾਹ ਜੀ, ਔਰ ਸਭ ਤੋਂ ਵੱਡੇ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸੋਠ ਮਹੱਲਾ ਤੀਜਾ। ਗੁਰਮੁਖ ਭਗਤ ਕਰੇ ਪ੍ਰਭ ਭਾਵੈ। ਕਹਿੰਦੇ ਗੁਰਮੁਖ ਭਗਤੀ ਕਰਦੇ ਤਾਂ ਪ੍ਰਮਾਤਮਾ ਨੂੰ ਚੰਗੇ ਲੱਗਦੇ ਨੇ। ਭਗਤ ਪ੍ਰਮਾਤਮਾ ਨੂੰ ਤਾਂ ਭਾਉਂਦੇ ਆ ਕਿਉਂਕਿ ਉਹਨਾਂ ਨੇ ਭਗਤੀ ਕੀਤੀ। ਉਵੇਂ ਭਗਤਾਂ ਨਾਲ ਕੋਈ ਪ੍ਰਮਾਤਮਾ ਦੀ ਰਿਸ਼ਤੇਦਾਰੀ ਨਹੀਂ ਹੈ, ਕੋਈ ਬਲੱਡ ਰਿਲੇਸ਼ਨ ਨਹੀਂ ਹੈਗੀ ਉਹਨਾਂ ਦੀ ਭਗਤਾਂ ਦੀ। ਜਿਹੜਾ ਭਗਤੀ ਕਰਦਾ ਉਹ ਪ੍ਰਮਾਤਮਾ ਨੂੰ ਚੰਗਾ ਲੱਗਦਾ। ਜਿਹੜਾ ਵੀ ਭਗਤੀ ਕਰੇਗਾ। ਗੁਰਮੁਖ ਭਗਤ ਕਰਹਿ ਪ੍ਰਭ ਭਾਵੈ। ਕਹਿੰਦੇ ਗੁਰਮੁਖ ਭਗਤੀ ਕਰਦੇ ਤਾਂ ਪ੍ਰਮਾਤਮਾ ਨੂੰ ਭਾ ਜਾਂਦੇ। ਆਂਦਿਨ ਨਾਮ ਵਖਾਣੇ। ਵਖਾਣੇ ਦਾ ਅਰਥ ਹੁੰਦਾ ਕਹਿਣਾ। ਕਹਿੰਦੇ ਦਿਨੇ ਰਾਤ ਉਹ ਪਰਮੇਸ਼ਰ ਦਾ ਨਾਮ ਮੁਖ ਤੋਂ ਕਹਿੰਦੇ ਰਹਿੰਦੇ। ਪਰਮੇਸ਼ਰ ਦਾ ਨਾਮ ਦਿਨੇ ਰਾਤ, ਅਨ ਦਿਨ ਨਾਮ, ਅਨ ਦਿਨ ਅਨ ਰਾਤ ਨੂੰ ਕਹਿੰਦੇ, ਦਿਨ ਦਿਨ ਨੂੰ ਕਹਿੰਦੇ। ਦਿਨੇ ਰਾਤ ਉਹ ਆਪਣੇ ਮੁਖ ਤੋਂ ਪਰਮੇਸ਼ਰ ਦਾ ਨਾਮ ਜਪਦੇ ਰਹਿੰਦੇ ਨੇ। ਇਸ ਕਰਕੇ ਪ੍ਰਮਾਤਮਾ ਨੂੰ ਚੰਗੇ ਲੱਗਦੇ ਪਏ। ਇਸ ਕਰਕੇ ਪ੍ਰਮਾਤਮਾ ਨੂੰ ਉਹ ਭਗਤ ਭਾ ਜਾਂਦੇ। ਭਗਤਾਂ ਕੀ ਸਾਰ ਕਰੇ ਆਪ ਰੱਖ। ਕਹਿੰਦੇ ਤਾਂ ਹੀ ਭਗਤਾਂ ਦੀ ਆਪ ਰੱਖਿਆ ਕਰਦਾ, ਔਰ ਤਾਂ ਹੀ ਭਗਤਾਂ ਦੀ ਸਾਰ ਸੰਭਾਲ ਪ੍ਰਮਾਤਮਾ ਬਹੁਤ ਪ੍ਰੇਮ ਨਾਲ ਕਰਦਾ। ਕਿਉਂ? ਕਿਉਂਕਿ ਉਹਨੂੰ ਭਗਤ ਭਾ ਜਾਂਦੇ, ਚੰਗੇ ਲੱਗਦੇ। ਫਿਰ ਭਗਤ ਦੀ ਰੱਖਿਆ ਪ੍ਰਮਾਤਮਾ ਕਰਦਾ, ਆਪ ਰੱਖਿਆ ਕਰਦਾ, ਆਪ ਉਹਨਾਂ ਦੀ ਥਾਂ ਤੇ ਉਹਨਾਂ ਦੇ ਕਾਰਜ ਸਵਾਰ ਦਿੰਦਾ। ਜਿਵੇਂ ਭਗਤ ਜੈਦੇਵ ਜੀ ਦੀ ਬਾਣੀ ਹੈ ਨਾ, ਰਾਗ ਦੇਵੰਗਧਾਰੀ ਚ ਭਗਤ ਜੈਦੇਵ ਜੀ ਦਾ ਪਦਾ ਹੈ 526 ਅੰਗ ਤੇ
ਤੇ ਉਸ ਪਦੇ ਨੂੰ ਪੜ੍ਹਨ ਵਾਸਤੇ ਵੀ 5-7 ਵਾਰੀ ਪਹਿਲਾਂ ਕਿਸੇ ਕੋਲ ਸਿੱਖਣਾ ਪੈਂਦਾ। ਸਾਰੀ ਬਾਣੀ 'ਚ ਸਭ ਤੋਂ ਮਹਿੰਗਾ ਭਗਤ ਜੈਦੇਵ ਜੀ ਦਾ ਪਦਾ, ਤੇ ਉਦੋਂ ਬਾਅਦ ਸਹਿਸਕ੍ਰਿਤੀ ਹੈ। ਉਹ ਭਗਤ ਜੈਦੇਵ ਜੀ ਨੇ ਇੱਕ ਗ੍ਰੰਥ ਲਿਖਿਆ ਜਿਸ ਦਾ ਨਾਮ ਹੈ ਗੀਤ ਗੋਵਿੰਦ। ਸੰਸਕ੍ਰਿਤ ਦਾ ਉਹ ਗ੍ਰੰਥ ਹੈ। ਉਸ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਸੋਭਾ ਕੀਤੀ, ਸਮੇਂ ਦੇ ਅਵਤਾਰਾਂ ਦੀ। ਜਦੋਂ ਭਗਤ ਜੈਦੇਵ ਜੀ ਗ੍ਰੰਥ ਲਿਖਦੇ ਪਏ ਸੀ, ਉਹ ਬੰਗਾਲ ਦੇ ਹੈ ਭਗਤ ਜੈਦੇਵ ਜੀ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 'ਚ ਉਹਨਾਂ ਦੀ ਬਾਣੀ ਹੈ ਭਗਤ ਜੈਦੇਵ ਜੀ। ਉਹ ਜਦੋਂ ਗ੍ਰੰਥ ਲਿਖਦੇ ਪਏ ਸੀ ਤੇ 4 ਮਗਰਲੀਆਂ ਪੌੜੀਆਂ, ਅਖੀਰਲੇ 4 ਬੰਦ ਲਿਖਣ ਵਾਲੇ ਰਹਿ ਗਏ। ਤੇ ਉਧਰੋਂ ਉਹਨੇ ਬੰਗਾਲ ਦੇ ਰਾਜੇ ਨੇ ਆਖਿਆ ਵੀ ਭਗਤ ਜੀ ਗ੍ਰੰਥ ਪੂਰਾ ਹੋ ਗਿਆ। ਕਹਿੰਦੇ ਜੀ ਬਸ ਹੋ ਹੀ ਚੱਲਿਆ, ਹੋ ਗਿਆ ਸਮਝੋ ਤੁਸੀਂ। ਉਹ ਕਹਿੰਦੇ ਠੀਕ ਹੈ, ਫਿਰ ਪੂਰਨਮਾਸ਼ੀ ਤੱਕ ਇਹਨੂੰ ਚੰਗੀ ਤਰ੍ਹਾਂ ਸੰਪੂਰਨ ਕਰਕੇ ਤਿਆਰ ਕਰ ਦੋ। ਪੂਰਨਮਾਸ਼ੀ ਨੂੰ ਆਪਾਂ ਇਹਦਾ ਪ੍ਰਕਾਸ਼ ਕਰਨਾ, ਕਿਉਂਕਿ ਮੰਦਿਰ ਤਿਆਰ ਹੋ ਗਿਆ ਜਿੱਥੇ ਇਸ ਗ੍ਰੰਥ ਦਾ, ਗੀਤ ਗੋਬਿੰਦ ਗ੍ਰੰਥ ਦਾ ਆਪਾਂ ਪ੍ਰਕਾਸ਼ ਕਰਨਾ। ਕਹਿੰਦੇ ਜੀ ਠੀਕ ਹੈ। ਤਾਂ ਹੁਣ ਭਗਤ ਨਾਮ ਪੌੜੀਆਂ ਤਾਂ ਸਿਰਫ 4 ਰਹਿੰਦੀਆਂ ਸੀ, ਉਹ ਤਾਂ ਉਸੇ ਵੇਲੇ ਲਿਖ ਦੇਣੀਆਂ। ਪਰ ਹੋਇਆ ਕਿ ਜਦੋਂ ਉਹਨਾਂ ਆਖ ਦਿੱਤਾ ਨਾ ਜੀ ਪੂਰਨਮਾਸ਼ੀ ਤੱਕ ਇਹ ਤੁਸੀਂ ਗ੍ਰੰਥ ਪੂਰਾ ਕਰਨਾ, ਉਦੋਂ ਬਾਅਦ ਉਹ 4 ਪੌੜੀਆਂ ਉਹਨਾਂ ਨੂੰ ਫੁਰੀਆਂ ਹੀ ਨਹੀਂ, ਉਤਰੀਆਂ ਹੀ ਨਹੀਂ। ਇੰਨਾ ਵੱਡਾ ਗ੍ਰੰਥ ਲਿਖ ਦਿੱਤਾ, ਪਰ ਹੁਣ ਇੱਕ ਪੌੜੀ ਨਹੀਂ ਲਿਖੀ ਜਾ ਰਹੀ, ਉਤਰ ਨਹੀਂ ਰਹੀ ਉਹ ਬਾਣੀ। ਬੜਾ ਯਤਨ ਕੀਤਾ, ਬੜੇ ਪਰੇਸ਼ਾਨ ਹੋਏ। ਪੂਰਨਮਾਸ਼ੀ ਦਾ ਦਿਨ ਨੇੜੇ ਆ ਗਿਆ ਤਾਂ ਪੌੜੀਆਂ ਪੂਰੀਆਂ ਨਹੀਂ ਹੋ ਰਹੀਆਂ। ਸਵੇਰੇ ਜਾਂਦੇ, ਰੋਜ਼ ਇਦਾਂ ਹੀ ਕਰਦੇ ਸੀ, ਉਹ ਗ੍ਰੰਥ ਆਪਣੇ ਸਿਰ ਤੇ ਰੱਖ ਕੇ ਸਵੇਰੇ ਨਦੀ ਕਿਨਾਰੇ ਇਕਾਂਤ 'ਚ ਲੈ ਜਾਂਦੇ ਸੀ, ਸਾਰਾ ਦਿਨ ਲਿਖਦੇ ਸੀ, ਸ਼ਾਮ ਨੂੰ ਘਰ ਆ ਜਾਂਦੇ। ਤਾਂ ਉਹ ਹੁਣ ਬੜੀ ਪਰੇਸ਼ਾਨੀ ਚੱਲ ਰਹੀ ਸੀ। ਤੇ ਇੱਕ ਦਿਨ ਉਹਨਾਂ ਦੀ ਘਰਵਾਲੀ ਨੇ ਪੁੱਛਿਆ, ਪਦਮਾਵਤੀ ਉਹਦਾ ਨਾਮ, ਭਗਤ ਜੈਦੇਵ ਜੀ ਦੀ ਘਰਵਾਲੀ ਦਾ। ਉਹ ਕਹਿੰਦੇ ਵੀ ਕੀ ਗੱਲ ਤੁਸੀਂ ਇੰਨੇ ਪਰੇਸ਼ਾਨ ਕਿਉਂ? ਉਹ ਕਹਿੰਦੇ ਤੈਨੂੰ ਪਤਾ ਵੀ ਉਹਨੇ ਰਾਜੇ ਨੇ ਤਾਂ ਮੰਦਿਰ ਵੀ ਤਿਆਰ ਕਰ ਲਿਆ, ਤਾਂ ਉੱਥੇ ਪੂਰਨਮਾਸ਼ੀ ਨੂੰ ਪ੍ਰਕਾਸ਼ ਕਰਨਾ, ਤੇ ਆ 4 ਪੌੜੀਆਂ ਰਹਿੰਦੀਆਂ, ਇਹ ਹੁਣ ਮੇਰੇ ਕੋਲ ਲਿਖੀਆਂ ਨਹੀਂ ਜਾ ਰਹੀਆਂ, ਮੈਨੂੰ ਆ ਹੀ ਨਹੀਂ ਰਿਹਾ, ਬਾਣੀ ਉਤਰ ਨਹੀਂ ਰਹੀ। ਉਹ ਕਹਿੰਦੀ ਕੋਈ ਨਹੀਂ, ਪਰੇਸ਼ਾਨ ਨਾ ਹੋਵੋ, ਤੁਸੀਂ ਇਉਂ ਕਰੋ ਵੀ ਕੱਲ ਨੂੰ ਤੁਸੀਂ ਅੰਮ੍ਰਿਤ ਵੇਲੇ ਗ੍ਰੰਥ ਨਾਲ ਲੈ ਕੇ ਜਾਇਓ, ਇਕੱਲੇ ਪਹਿਲਾਂ ਜਾਓ, ਨਦੀ 'ਚ ਇਸ਼ਨਾਨ ਕਰਕੇ ਪਹਿਲਾਂ ਉਹਦੀ ਆਰਾਧਨਾ ਕਰਕੇ ਤੇ ਅਰਦਾਸ ਕਰੋ, ਤੇ ਮੇਰਾ ਮਨ ਕਹਿੰਦਾ ਵੀ ਫਿਰ ਤੁਹਾਨੂੰ ਇਹ 4 ਪੌੜੀਆਂ ਉੱਤਰ ਆਉਣਗੀਆਂ, ਫੁਰ ਆਉਣਗੀਆਂ, ਫਿਰ ਲਿਖ ਦਿਓ। ਉਹ ਕਹਿੰਦਾ ਚੱਲ ਏਦਾਂ ਕਰਕੇ ਦੇਖ ਲੈਂਦੇ। ਉਹ ਭਗਤ ਜੀ ਸਵੇਰੇ ਉੱਠੇ ਤੇ ਨਦੀ ਨੂੰ ਤੁਰ ਪਏ। ਅਜੇ ਥੋੜੀ ਦੇਰ ਹੋਈ ਸੀ ਗਿਆਨ ਨੂੰ, ਤੇ ਵਾਪਸ ਆ ਗਏ। ਤੇ ਉਹ ਕਹਿੰਦੀ ਕੀ ਗੱਲ ਆ ਗਏ ਜੇ? ਕਹਿੰਦੇ ਹਾਂ, ਉਹ ਮੈਨੂੰ ਆ ਗਈਆਂ ਵੀ ਪੌੜੀਆਂ 4, ਉਹ ਮੈਨੂੰ ਫੁਰ ਆਈ ਹੈ ਬਾਣੀ। ਤੇ ਮੈਂ ਕਿਹਾ ਪਹਿਲਾਂ ਲਿਖ ਲੈਨੇ। ਕਹਿੰਦੀ ਲਿਖ ਲਓ। ਉਹ ਤਖਤ ਪੋਸ਼ ਦੇ ਉੱਪਰ ਗ੍ਰੰਥ ਸਾਹਿਬ ਰੱਖਿਆ ਸੀ ਉਹਨਾਂ ਨੇ, ਤੇ ਉਹ ਭਗਤ ਜੀ ਨੇ ਉਹ 4 ਪੌੜੀਆਂ ਲਿਖ ਦਿੱਤੀਆਂ। ਕਹਿੰਦੇ ਹੋ ਗਿਆ ਸੰਪੂਰਨ, ਭਾਈ ਲਿਖ ਦਿੱਤਾ। ਉਹ ਕਹਿੰਦੇ ਚਲੋ ਜੇ ਲਿਖਿਆ ਗਿਆ ਤੇ ਵਧੀਆ ਹੋ ਗਿਆ, ਤੇ ਹੁਣ ਪ੍ਰਸ਼ਾਦਾ ਵੀ ਤਿਆਰ ਆ, ਤੁਸੀਂ ਛਕ ਲਓ। ਹਾਂ, ਮੈਂ ਪ੍ਰਸ਼ਾਦਾ ਤਿਆਰ ਕਰ ਦਿੱਤਾ। ਕਹਿੰਦੇ ਚੱਲ ਲਿਆ ਛਕ ਲੈਨੇ। ਪਦਮਾਵਤੀ ਨੇ ਭਗਤ ਜੀ ਨੂੰ ਪ੍ਰਸ਼ਾਦਾ ਛਕਾਇਆ, ਤੇ ਪ੍ਰਸ਼ਾਦਾ ਛਕ ਕੇ ਉਹਨਾਂ ਨੇ ਚੋਲਾ ਕੀਤਾ, ਉੱਠ ਕੇ ਚਲ ਗਏ। ਉਹ ਉਹਨਾਂ ਨੂੰ ਪ੍ਰਸ਼ਾਦਾ ਛਕਾ ਕੇ ਤੇ ਬਰਤਨ ਨਹੀਂ ਚੁੱਕੇ ਉਹਨੇ, ਤੇ ਆਪ ਛਕਣ ਲੱਗ ਪਈ। ਆਪ ਪ੍ਰਸ਼ਾਦਾ ਛਕਣ ਲੱਗ ਪਈ। ਅਜੇ ਪ੍ਰਸ਼ਾਦਾ ਛਕ ਰਹੀ ਸੀ ਤੇ ਭਗਤ ਜੀ ਵਾਪਸ ਆ ਗਏ। ਜਦੋਂ ਵਾਪਸ ਆਏ ਤੇ ਆਣ ਕੇ ਉਹਨਾਂ ਨੇ ਦੇਖਿਆ ਵੀ ਇਹ ਪ੍ਰਸ਼ਾਦਾ ਛਕ ਰਹੀ ਹੈ। ਉਹ ਨਾਰਾਜ਼ ਹੋਏ। ਕਹਿੰਦੇ ਆ ਮੈਨੂੰ 4 ਪੌੜੀਆਂ ਕਿੱਥੋਂ ਉਤਰਨੀਆਂ ਸੀ, ਤਾਈਆਂ ਤਾਂ ਕੰਮ ਖਰਾਬ ਹੋਇਆ ਸੀ ਸਾਰਾ, ਤੂੰ ਮਰਿਆਦਾ ਨਹੀਂ ਰੱਖਦੀ ਪਈ, ਇਸੇ ਕਰਕੇ ਉਹ 4 ਪੌੜੀਆਂ ਮੇਰੇ ਕੋਲ ਲਿਖੀਆਂ ਨਹੀਂ ਜਾ ਰਹੀਆਂ। ਉਹ ਕਹਿੰਦੀ ਵੀ ਮੈਂ ਕੀ ਮਰਿਆਦਾ ਤੋੜੀ ਹੈ? ਉਹ ਕਹਿੰਦੇ ਤੂੰ ਮੈਨੂੰ ਪ੍ਰਸ਼ਾਦਾ ਛਕਾ ਕੇ ਛਕਦੀ ਹਮੇਸ਼ਾ, ਤੇ ਮੈਂ ਪ੍ਰਸ਼ਾਦਾ ਜੇ ਛਕਣਾ ਤਾਂ ਤੂੰ ਪ੍ਰਸ਼ਾਦਾ ਛਕੀ ਜਾਂਦੀ। ਉਹ ਕਹਿੰਦੀ ਮੈਂ ਛਕੀ ਜਾਂਦੀ, ਮੈਂ ਤੁਹਾਨੂੰ ਛਕਾਇਆ, ਤੁਹਾਡੇ ਤੇ ਬਰਤਨ ਵੀ ਨਹੀਂ ਚੱਕੇ, ਮੈਂ ਉਹ ਪਏ ਨੇ। ਉਹ ਕਹਿੰਦਾ ਮੈਂ ਤਾਂ ਨਦੀ ਤੋਂ ਹੁਣ ਆਇਆ ਇਸ਼ਨਾਨ ਕਰਕੇ, ਮੈਂ ਕਿਹੜੇ ਵੇਲੇ ਪ੍ਰਸ਼ਾਦਾ ਛਕ ਲਿਆ? ਉਹ ਕਹਿੰਦੀ ਏਦਾਂ ਕਿੱਦਾਂ? ਅਜੇ ਉਹ ਦੇਖੋ ਉਹ ਪਏ ਨਹੀਂ ਬਰਤਨ। ਉਹ ਵੇਖਿਆ ਤਾਂ ਪਏ ਸੀ ਵਾਕਿਆ ਹੀ। ਕਹਿੰਦੀ ਉਹ ਤੁਹਾਨੂੰ ਛਕਾ ਕੇ ਤੇ ਮੈਂ ਬਾਅਦ ਚ ਛਕਿਆ। ਉਹ ਦੇਖੋ ਤੁਸੀਂ ਤਖਤ ਪੋਸ਼ ਤੇ ਉਹ ਸਾਰਾ ਲਿਖ ਨਹੀਂ ਲਿਆ 4 ਪੌੜੀਆਂ? ਤਾਂ ਭੱਜ ਕੇ ਤਖਤ ਪੋਸ਼ ਵੱਲ ਨੂੰ ਗਏ। ਕਹਿੰਦੇ ਮੈਂ ਤੇ ਹੁਣ ਆਇਆ, ਲਿਖ ਕਿਹਨੇ ਦਿੱਤੀਆਂ? ਜਾਂ ਵੇਖਿਆ ਤੇ ਉਹ 4 ਪੌੜੀਆਂ ਮੁਕੰਮਲ ਹੋਈਆਂ ਸੀ, ਲਿਖੀਆਂ ਹੋਈਆਂ।
ਹੁਣ ਵੀ इस वेले तक भी वो गीत गोविंद ग्रंथ दियां जिहड़ियां मगरलियां 4 पौड़ियां वो सुनहरी अखरां दियां ने ते बाकी सारा काली अखरां च वो लिखिया। फिर बड़े हैरान होए, बड़े हैरान होए, कहंदे भी मैं तां हुण आया, सच्ची गल है नदी तो, ते ये लिखियां गईयां 4 पौड़ियां। ਇਹਦਾ मतलब है कि परमात्मा ने ही मेरी लाज रख ली, वो आप ही मेरा रूप बना के आके लिख गया। ये भाई गुरदास जी ने सारी वार्ता लिखी है। भाई गुरदास जी ने वो कहते प्रेम भगत जय देव कर, गीत गोविंद सहज धुन गावे, लीला चलत वखाणदा अंतरजामी ठाकुर भावे, अखर एक नाम बड़ा बन पुस्तक संध्या कर आवे। भाई गुरदास जी लिखते पे किवें किवें होया सी। वो कहते प्रेम भगत जय देव कर, गीत गोविंद सहज धुन गावे। कहते भगत जयदेव प्रेमा भगती करदा सी ते गीत गोविंद दे गीत लिखदा पिया सी, ते ग्रंथ दा नाम भी गीत गोविंद ही है। लीला चलत वखाण दा अंतरजामी ठाकुर भावे। कहते वो जिहड़ा अंतरजामी अकाल पुरख वाहिगुरू हुण उन्हें कोई लीला करनी है, उन्हें अपना भगत प्रगट करना सी, असल च अपने भगत की वडियाई करवाउणी है। कहते उन्हें कौतक रच दिता। लीला चलत वखाण दा, चलत हुंदा चरित्र, कहते उन्हें एक ऐसा चरित्र एक ऐसी लीला रच दी अंतरजामी ठाकुर ने। लीला चलत वखाण दा अंतरजामी ठाकुर भावे, अखर एक नाम बड़ा। कहते जिन्हां ने एडा वड्डा ग्रंथ लिख दिता, हुण उन्हां नूं एक अखर नहीं आ रहा। बन पुस्तक संध्या कर आवे। कहते सवेरे लै जाते ने ग्रंथ, सारा दिन नदी किनारे बैठ के शाम नूं संध्या वेले आ जाते, तो पर लिखिया कुछ भी नहीं जाता। फिर कहते ने गुणी निधान कर जाए कै, भगत रूप लिख लेख बनावे। भाई गुरदास जी ने लिखे। कहते अकाल पुरख वाहिगुरू भगत जयदेव का रूप बना के ते घरे जाके 4 पौड़ियां आप लेख आया, प्रसादा भी छक आया। गुणी निधान कर जाए कै, भगत रूप लिख लेख बनावे, अखर पढ़ प्रतीत कर, होए वसमाद न अंग समावे। कहते जदों भगत जयदेव जी ने जाके वेख्या, अखर पढ़ के फिर भरोसा होया कि मैं तो हुण आया नदी तो, इहदा अर्थ है मेरा रूप बना के वो आप लिख गया 4 पौड़ियां। ते इस तरह वो भगत के रूप च आया भी उसकी घरवाली भी नहीं पछाण सकी। भगत का रूप इहो कहते ने। गुणी निधान घर जाएगा, भगत रूप लिख लेख बनावे। कहते उस गुणी निधान ने भगत का रूप धारण किया, तो भगत का रूप धार के लिख आया हो। पर जिनी देर वेख्या नहीं भगत जयदेव जी ने, उन्नी देर विश्वास नहीं होया। कहते अखर पढ़ प्रतीत कर, जो दौड़ के जाके तख्त पोश ते देखा, अखर पढ़े, वाकई 4 पौड़ियां लिखियां से, होए वसमाद न अंग। कहते इन्नी खुशी हुई, वो खुशी उन्हें को सांभी नहीं जाती, नचन लग पे। कहते अंगां च खुशी सांभी नहीं जा रही। होए वसमाद न अंग समावे, इन्ने खुश होए। कहते अच्छा ये भाई ये मेरा रूप बना के आ गया, तेरे कोलों भी नहीं पछाणिया गया, तू प्रसादा भी छका दिता तां भी पता नहीं लगा भी वो 4 पौड़ियां भी लिख गया। इसलिए गुरु अमरदास महाराज जी कहते ने, भगतां की सार करह आप रख। कहते भगतां की रखिया करनी, उन्हां दी संभाल करनी, उन्हां दी पैज रखनी, ये अकाल पुरख वाहिगुरू दा सुभाव है। क्योंकि उपर भगत शब्द शुरू किया, गुरमुख भगत करह प्रभ भाव। गुरमुख भगती करते ने तां परमात्मा नूं चंगे लगदे। आन दिन नाम वखाणे, दिने रात परमात्मा का नाम मुखों जपदे। भगतां की सार करे आप राखा, जो तेरा मन पाणे। तीसरे पातशाह कहते भगतां दी तू संभाल करदा, तू भगतां दी रखिया करदा, तू भगतां दी पैज रखदा। क्यों? जो तेरा मन पाणे, वो जिहड़े तेरे मन नूं पा गए, जिहड़े परमात्मा ने प्रवान कर लए, जिन्हां भगतां नूं परमात्मा ने अपने स्वरूप च बख्श लिया, अभेद कर दिता, जिन्होंने परमात्मा ने साध संगत जी पसंद कर लिया। कहते उन्होंने तू रखिया भी आप करदा, उन्होंने पालना भी आप करदा, उन्होंने तू पैज भी आप रखदा। भगतां की सार करे आप रखा, जो तेरा मन भाणे। तू गुणदाता शब्द पछाता, गुण कह गुणी समाणे। कहते तू गुणा दा दाता है, पर तेरी पछाण शब्द करके आउंदी। शब्द का अभ्यास करन करके परमात्मा के गुणां दे नाल सांझ पैंदी, फिर पछाण आउंदी परमात्मा के गुणां दी।
ਤੂੰ ਗੁਣ ਦਾਤਾ ਸ਼ਬਦ ਪਛਾਤਾ। ਪਛਾਤਾ ਦਾ ਅਰਥ ਪਛਾਣ ਲਿਆ, ਸ਼ਬਦ ਦਾ ਅਭਿਆਸ ਕਰਕੇ ਤੇਰੇ ਗੁਣਾਂ ਨੂੰ ਪਛਾਣੀਦਾ। ਗੁਣ ਕਹਿ ਗੁਣੀ ਸਮਾਣੇ, ਕਹਿੰਦੇ ਤੇਰੇ ਗੁਣ ਕਹਿਣ ਵਾਲੇ ਉਸ ਗੁਣੀ ਪ੍ਰਮਾਤਮਾ 'ਚ ਹੀ ਸਮਾ ਜਾਂਦੇ। ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣਗੇ, ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਵਿੱਚ ਹੀ ਉਹਨਾਂ ਦੀ ਸਮਾਈ ਹੁੰਦੀ। ਉਹਨਾਂ ਨੇ ਕੋਈ ਜੰਮਪੁਰੀ ਨੂੰ ਨਹੀਂ ਜਾਣਾ, ਕੋਈ ਧਰਮਰਾਜ ਕੋਲ ਨਹੀਂ ਜਾਣਾ, ਉਹਨਾਂ ਨੇ ਤੇ ਪ੍ਰਮਾਤਮਾ ਦੇ ਦੇਸ਼ ਹੀ ਜਾਣਾ। ਮਨ ਮੇਰੇ ਹਰਿ ਜੀਓ ਸਦਾ ਸੰਭਾਲ, ਕਹਿੰਦੇ ਇਸ ਕਰਕੇ ਮੇਰਿਆ ਮਨਾ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਸਦਾ ਸੰਭਾਲ ਕਰਿਆ ਕਰ। ਸਦਾ ਸੰਭਾਲ ਕਰ ਪਰਮੇਸ਼ਰ ਦੇ ਨਾਮ ਦੀ। ਅੰਤ ਕਾਲ ਤੇਰਾ ਬੇਲੀ ਹੋਵੇ, ਸਦਾ ਨਿਭੈ ਤੇਰੇ ਨਾਲ। ਕਹਿੰਦੇ ਮਨਾ ਪਰਮਾਤਮਾ ਦੇ ਨਾਮ ਦੀ ਸੰਭਾਲ ਕਰ, ਅੰਤਲੇ ਸਮੇਂ ਤੇ ਤੇਰਾ ਬੇਲੀ ਇਹਨੇ ਬਣਨਾ, ਇਹੀ ਤੇਰਾ ਮਿੱਤਰ ਹੋਣਾ। ਬੇਲੀ ਦਾ ਅਰਥ ਮਿੱਤਰ। ਕਹਿੰਦੇ ਹੋਰ ਉਸ ਵੇਲੇ ਅੰਤਲੇ ਸਮੇਂ ਤੇ, ਹਾਂ ਅੰਤ ਸਮੇਂ ਤੋਂ ਪਹਿਲਾਂ ਸਮਾਜ ਸੰਬੰਧੀ, ਪਰਿਵਾਰ, ਭੈਣ ਭਾਈ ਸਹਾਈ ਹੋ ਸਕਦੇ, ਪਰ ਜਦੋਂ ਅੰਤਲਾ ਸਮਾਂ ਆ ਗਿਆ ਉਦੋਂ ਕੋਈ ਨਹੀਂ, ਉਸ ਵੇਲੇ ਕੋਈ ਸਹਾਈ ਨਹੀਂ ਹੋ ਸਕਦਾ। ਉਸ ਵੇਲੇ ਕਹਿੰਦੇ ਅੰਤ ਕਾਲ ਤੇਰਾ ਬੇਲੀ ਹੋਵੇ, ਅੰਤਲੇ ਸਮੇਂ ਤੇ ਅਕਾਲ ਪੁਰਖ ਦਾ ਜਪਿਆ ਨਾਮ ਹੀ ਤੇਰਾ ਮਿੱਤਰ ਹੋਣਾ। ਸਦਾ ਨਿਭੈ ਤੇਰੇ ਨਾਲ, ਕਹਿੰਦੇ ਉਹ ਸਦਾ ਤੇਰੇ ਨਾਲ ਨਿਭੇਗਾ। ਪਰਿਵਾਰ ਤਾਂ ਉਦੋਂ ਤੱਕ ਨਾਲ ਨਿਭੇਗਾ ਨਾ ਜਦੋਂ ਤੱਕ ਜਾਨ ਹੈ ਸਰੀਰ 'ਚ। ਜਦੋਂ ਹੀ ਅੱਖਾਂ ਮੀਟੀਆਂ ਉਹੀ ਪਰਿਵਾਰ ਫਿਰ ਸਾਧ ਸੰਗਤ ਜੀ ਬਾਹਰ ਛੱਡ ਆਉਂਦਾ ਹੁੰਦਾ। ਦੇਖੋ ਬੰਦਾ ਚੱਲਿਆ, ਚੌਂ ਜਣਿਆਂ ਦੇ ਕੰਨ ਕਹਿੰਦੇ, ਜਿੰਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਕਹਿੰਦੇ ਜਿਹੜੇ ਤੇਰੇ ਭਰਾ ਸੀ ਪਿਆਰੇ ਸੀ ਉਹੋ ਹੀ ਚੱਕ ਕੇ ਲੈ ਗਏ, ਹੁਣ ਨਹੀਂ ਰੱਖ ਸਕਦੇ ਤੈਨੂੰ। ਕਿਉਂ? ਉਹਨਾਂ ਦੀ ਪਹੁੰਚ ਸਿਰਫ ਇੱਥੋਂ ਤੱਕ ਹੀ ਸੀ, ਉਹ ਸਦਾ ਨਹੀਂ ਨਾਲ ਨਿਭ ਸਕਦੇ ਸੀ। ਅੰਤ ਕਾਲ ਤੇਰਾ ਬੇਲੀ ਹੋਵੇ, ਸਦਾ ਨਿਭੇ ਤੇਰੇ ਨਾਲ। ਕਹਿੰਦੇ ਪ੍ਰਮਾਤਮਾ ਦਾ ਨਾਮ ਜਪ ਜਿਹੜਾ ਸਦਾ ਤੇਰੇ ਨਾਲ ਨਿਭਣਾ, ਸਰੀਰ ਛੱਡਣ ਤੋਂ ਬਾਅਦ ਵੀ ਇਹ ਨਾਮ ਹੀ ਨਾਲ ਨਿਭੇਗਾ। ਬਾਕੀ ਸਭ ਪਦਾਰਥ ਸਰੀਰ ਤੱਕ ਸੰਬੰਧਿਤ ਨੇ, ਉਦੋਂ ਬਾਅਦ ਨਾਲ ਨਹੀਂ ਨਿਭ ਸਕਦੇ। ਇਸ ਲਈ ਕਹਿੰਦੇ ਨੇ ਕੁਝ ਨਾਮ ਜਪਿਆ ਹੋਵੇਗਾ ਤੇ ਉੱਥੇ ਵੀ ਤੇਰੀ ਰੱਖਿਆ ਕਰੇਗਾ। ਤਿੱਥੈ ਤੂੰ ਸਮਰੱਥ ਜਿੱਥੇ ਕੋਈ ਨਹੀਂ, ਉੱਥੇ ਤੇਰੀ ਰੱਖ। ਕਹਿੰਦੇ ਉੱਥੇ ਤੇਰੀ ਰੱਖਿਆ ਸਿਰਫ ਇਹਨੇ ਕਰ ਸਕਣੀ, ਹੋਰ ਕਿਸੇ ਦੀ ਪਹੁੰਚ ਨਹੀਂ ਹੋਣੀ। ਪਰਮੇਸ਼ਰ ਦੇ ਨਾਮ ਦੀ ਪਹੁੰਚ ਹੈ, ਬਾਕੀ ਸਭ ਰਹਿ ਜਾਣਗੇ ਇੱਥੇ ਹੀ। ਇਸ ਕਰਕੇ ਸਦਾ ਤੇਰੇ ਨਾਲ ਨਿਭੇ, ਸਦਾ। ਸਤਿਗੁਰ ਸੇਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਸੇਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸੇਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਸਤਿਗੁਰ ਸੇਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ। ਹੁਣ ਪਲਤ ਜਿਹੜਾ ਉਹ ਸਿਰਫ ਸਤਿਗੁਰੂ ਹੀ ਸਵਾਰ ਸਕਦਾ, ਹਲਤ ਵਿੱਚ ਤਾਂ ਆਪਣੇ ਹੋਰ ਵੀ ਸਹਾਈ ਹੋ ਜਾਣਗੇ, ਪਰ ਪਲਤ ਵਿੱਚ ਨਹੀਂ। ਹਲਤ ਪਲਤ ਕਹਿੰਦੇ ਨੇ ਲੋਕ ਪਰਲੋਕ ਨੂੰ। ਇਸ ਲੋਕ ਵਿੱਚ ਤਾਂ ਕੋਈ ਮਦਦ ਕਰ ਸਕਦਾ ਹੈ, ਪਰਲੋਕ 'ਚ ਕੌਣ ਕਰੇਗਾ? ਪੰਜਵੇਂ ਪਾਤਸ਼ਾਹ ਕਹਿੰਦੇ ਪਰਲੋਕ 'ਚ ਸਿਰਫ ਸਤਿਗੁਰੂ ਤੇਰੀ ਬਾਂਹ ਫੜੇਗਾ। ਗੁਰਮੁਖਾ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੰਭਾਲ। ਕਹਿੰਦੇ ਸਤਿਗੁਰੂ ਤੇ ਤੇਰੀ ਜਿੰਦ ਦੇ ਨਾਲ ਜਾਵੇਗਾ। ਜਦੋਂ ਸਰੀਰ 'ਚੋਂ ਨਿਕਲ ਗਈ ਨਾ ਜਾਨ, ਤੇਰੀ ਜਿੰਦ ਦੇ ਨਾਲ ਵੀ ਤੇਰਾ ਗੁਰੂ ਨਾਲ ਹੀ ਜਾਵੇਗਾ ਤੈਨੂੰ ਛਡਾਉਣ ਲਈ। ਇਸ ਲਈ ਆਖਿਆ ਅੰਤ ਕਾਲ ਤੇਰਾ ਬੇਲੀ ਹੋਵੇ, ਸਦਾ ਨਿਭੈ ਤੇਰੇ ਨਾਲ। ਇਹ ਪ੍ਰਮਾਤਮਾ ਦਾ ਨਾਮ ਅੰਤਲੇ ਸਮੇਂ ਤੇ ਤੇਰਾ ਮਿੱਤਰ ਬਣੇਗਾ ਤੇ ਸਦਾ ਤੇਰੇ ਨਾਲ ਨਿਭੇਗਾ, ਸਦਾ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰ ਰਹੇ ਨੇ ਗੁਰੂ ਅਮਰਦਾਸ ਜੀ ਮਹਾਰਾਜ। ਦੁਸ਼ਟ ਚੌਕੜੀ ਸਦਾ ਕੂੜ ਕਮਾਵੇ। ਕਹਿੰਦੇ ਜਿਹੜੀ ਦੁਸ਼ਟ ਚੌਂਕੜੀ ਹੁੰਦੀ ਨਾ, ਉਹ ਭਾਵੇਂ ਬਾਹਰ ਹੋਵੇ ਤੇ ਭਾਵੇਂ ਆਪਣੇ ਅੰਦਰ, ਵਿਕਾਰਾਂ ਦੀ ਵੀ ਦੁਸ਼ਟ ਚੌਂਕੜੀ ਹੁੰਦੀ, ਤਾਂ ਬਾਹਰ ਵੀ ਬਥੇਰੇ ਦੁਸ਼ਟ ਹੁੰਦੇ। ਕਹਿੰਦੇ ਦੁਸ਼ਟ ਚੌਂਕੜੀ ਦਾ ਸੁਭਾਅ, ਚੌਂਕੜੀ ਆਪਾਂ ਕਹਿ ਸਕਦੇ ਹਾਂ ਚੌਂ ਜਾਣਿਆਂ ਦੀ, ਪਰ ਜਿੱਥੇ ਚੌਂ ਦੀ ਵੀ ਹੋ ਸਕਦੀ, ਅੱਠਾਂ ਦੀ ਵੀ ਹੋ ਸਕਦੀ, ਜਿੱਥੇ ਦੁਸ਼ਟ ਮਿਲ ਕੇ ਬਹਿੰਦੇ ਨੇ ਉਹਨੂੰ ਦੁਸ਼ਟ ਚੌਂਕੜੀ ਕਹਿੰਦੇ। ਦੁਸ਼ਟ ਚੌਂਕੜੀ ਸਦਾ ਕੂੜ ਕਮਾਵੇ, ਨਾ ਬੁੱਝੈ ਵਿਚਾਰੇ। ਕਹਿੰਦੇ ਉਹਨਾਂ ਨੇ ਅਸਲ ਬੁੱਝਣਾ ਨਹੀਂ, ਨਾ ਕੋਈ ਵਿਚਾਰ ਕਰਨੀ। ਦੁਸ਼ਟਾਂ ਨੇ ਸਦਾ ਕੂੜ ਹੀ ਕਮਾਉਣਾ, ਸੱਚ ਦੀ ਕਮਾਈ ਨਹੀਂ ਕਰਨੀ। ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ। ਕਹਿੰਦੇ ਨਿੰਦਾ ਕਰਕੇ ਤੇ ਦੁਸ਼ਟਤਾਈ ਕਰਕੇ ਕਦੀ ਕਿਸੇ ਨੇ ਕੋਈ ਚੰਗਾ ਫਲ ਪਾਇਆ? ਦੱਸੋ।
ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ ਹਰਨਾਕਸ਼ ਨਖੈ ਬਦਾਰੇ। ਕਹਿੰਦੇ ਸਭ ਤੋਂ ਵੱਡੀ ਦੁਸ਼ਟਤਾਈ ਕੀਤੀ ਹਰਨਾਕਸ਼ ਨੇ। ਉਹ ਭਗਤ ਦੇ ਵੈਰ ਪੈ ਗਿਆ, ਭਾਵੇਂ ਉਹਦਾ ਪੁੱਤਰ ਹੀ ਸੀ। ਤੇ ਹੋਇਆ ਕੀ? ਹਰਨਾਕਸ਼ ਨਖੈ ਬਦਾਰੇ। ਕਹਿੰਦੇ ਪ੍ਰਮਾਤਮਾ ਨੇ ਨੌਹਾਂ ਨਾਲ ਪਾੜ ਕੇ ਮਾਰਤਾ ਹਰਨਾਕਸ਼ ਨੂੰ। ਨਖੈ ਹੁੰਦੇ ਨੌ। ਕਹਿੰਦੇ ਆਪਣੇ ਨਾਖੂਨਾਂ ਦੇ ਨਾਲ ਪਾੜ ਕੇ ਉਹਦਾ ਪੇਟ ਪ੍ਰਮਾਤਮਾ ਨੇ ਹਰਨਾਕਸ਼ ਮਾਰ ਦਿੱਤਾ ਸੀ। ਉਹਨੂੰ ਦੁਸ਼ਟਤਾਈ ਕਰਨ ਦਾ ਦੱਸੋ ਕੀ ਫਲ ਮਿਲਿਆ? ਕਿਉਂਕਿ ਬਹੁਤਾ ਦੁਸ਼ਟ ਸੀ। ਕਹਿੰਦਾ ਸੀ ਮੈਂ ਭਾਵੇਂ ਜੇ ਮੇਰਾ ਨਾਮ ਨਹੀਂ ਜਪਦਾ, ਭਾਵੇਂ ਮੇਰਾ ਪੁੱਤਰ ਹੀ ਆ, ਮੈਂ ਮਾਰ ਹੀ ਦੇਣਾ। ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ ਹਰਨਾਕਸ਼ ਨਖੈ ਬਿਦਾਰੇ। ਪ੍ਰਹਲਾਦ ਜਨ ਸਦ ਹਰ ਗੁਣ ਗਾਵੇ ਹਰ ਜੀਉ ਲਇਓ ਬਾਰੇ। ਕਹਿੰਦੇ ਦੇਖੋ ਪ੍ਰਹਲਾਦ ਹਰੀ ਦੇ ਗੁਣ ਗਾ ਰਿਹਾ ਸੀ, ਵਿਗਾੜ ਤਾਂ ਨਹੀਂ ਸੀ ਕਿਸੇ ਦਾ ਕੁਝ ਰਿਹਾ, ਕਿਸੇ ਨੂੰ ਕੁਝ ਦੁੱਖ ਨਹੀਂ ਸੀ ਦੇ ਰਿਹਾ। 5 ਸਾਲਾਂ ਦਾ ਬਾਲਕ ਸੀ, ਸਿਰਫ ਨਾਮ ਜਪਦਾ ਸੀ। ਪਰ ਦੁਸ਼ਟ ਨੂੰ ਉਹਦਾ ਪਿਤਾ ਹੀ ਸੀ, ਪਰ ਦੁਸ਼ਟ ਵਾਲਾ ਸੁਭਾਅ ਹੋਣ ਕਰਕੇ ਉਹਨੂੰ ਚੰਗਾ ਨਹੀਂ ਸੀ ਲੱਗਦਾ ਵੀ ਇਹ ਨਾਮ ਕਿਉਂ ਜਪਦਾ। ਬਹੁਤ ਲੋਕਾਂ ਦਾ ਸੁਭਾਅ ਇਸ ਤਰ੍ਹਾਂ ਦਾ ਹੁੰਦਾ ਜਿਨ੍ਹਾਂ ਨੂੰ ਨਾਮ ਦੀ ਗੱਲ, ਵਡਿਆਈ ਗੁਰੂ ਦੀ ਚੰਗੀ ਨਹੀਂ ਲੱਗਦੀ ਹੁੰਦੀ। ਲੜਾਈ ਪਾ ਕੇ ਬਹਿ ਜਾਂਦੇ। ਮੰਨ ਲਓ ਕਿਤੇ ਸਮਾਗਮ ਚੱਲਦਾ ਹੋਵੇ ਤੇ ਆਖਣਗੇ ਤੁਸੀਂ ਆਪ ਨੂੰ ਨਹੀਂ ਸੌਂਦੇ, ਸਾਨੂੰ ਵੀ ਨਹੀਂ ਸੌਣ ਦਿੰਦੇ। ਸਪੀਕਰ ਦੀ ਤਾਰ ਵੱਢ ਦੇਣਗੇ, ਟਰਾਂਸਫਾਰਮਰ ਤੋਂ ਸੁੱਚ ਚੱਕ ਦਿੰਦੇ, ਪਿੱਛੋਂ ਬੱਤੀ ਬੰਦ ਕਰ ਦੇਣੀ। ਕੋਈ ਨਾ ਕੋਈ ਜੱਬ ਖੜਾ ਕਰਨਾ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਮਹਾਰਾਜ ਦੀ ਵਡਿਆਈ। ਪ੍ਰਹਲਾਦ ਕਰ ਕੀ ਰਿਹਾ ਸੀ? ਮਹਾਰਾਜ ਕਹਿੰਦੇ ਪ੍ਰਹਲਾਦ ਜਨ ਸਦ ਹਰ ਗੁਣ ਗਾਵੇ। ਕਹਿੰਦੇ ਪ੍ਰਹਲਾਦ ਤਾਂ ਸਦਾ ਹਰੀ ਦੇ ਗੁਣ ਗਾ ਰਿਹਾ ਸੀ ਨਾ, ਪਰ ਦੁਸ਼ਟ ਨੂੰ ਨਹੀਂ ਸੀ ਚੰਗਾ ਲੱਗਦਾ ਪ੍ਰਮਾਤਮਾ ਦਾ ਨਾਮ ਜਪਦਾ ਹੋ। ਪ੍ਰਹਲਾਦ ਜਨ ਸਦ ਹਰ ਗੁਣ ਗਾਵੇ ਹਰ ਜੀਉ ਲਇਓ ਬਾਰੇ। ਪਰ ਕਹਿੰਦੇ ਹਰੀ ਨੇ ਬਚਾ ਲਿਆ। ਫਿਰ ਵੀ ਉਹਦਾ ਪਿਤਾ ਮਾਰਨਾ ਚਾਹੁੰਦਾ ਸੀ, ਪਰ ਪ੍ਰਮਾਤਮਾ ਨੇ ਦੁਸ਼ਟ ਉਹਦੇ ਪਿਤਾ ਨੂੰ ਮਾਰ ਦਿੱਤਾ, ਭਗਤ ਦੀ ਰੱਖਿਆ ਕੀਤੀ, ਭਗਤ ਨੂੰ ਬਚਾਇਆ। ਆਪਸ ਕੋ ਬਹੁ ਭਲਾ ਕਰ ਜਾਣੈ ਮਨਮੁਖ ਮਤ ਨਾ ਕਾਈ। ਕਹਿੰਦੇ ਮਨਮੁਖ ਨੂੰ ਉੱਕਾ ਮਤ ਨਹੀਂ ਹੁੰਦੀ, ਉਹਨੇ ਆਪਣੇ ਆਪ ਨੂੰ ਚੰਗਾ ਆਖੀ ਜਾਣਾ। ਕਰਨੀ ਮਨਮੁਖਤਾਈ ਤੇ ਪਰ ਕਹਿਣਾ ਫਿਰ ਵੀ ਆਪਣੇ ਆਪ ਨੂੰ ਚੰਗਾ। ਆਪਸ ਕੋ ਬਹੁ ਭਲਾ ਕਰ ਜਾਣੈ। ਕਹਿੰਦੇ ਆਪਣੇ ਆਪ ਨੂੰ ਸਮਝਣਾ ਮੈਂ ਹੀ ਸਭ ਤੋਂ ਸਿਆਣਾ, ਬਸ ਬਾਕੀ ਤਾਂ ਉਹੀ ਤੁਰੀ ਫਿਰਦੀ ਦੁਨੀਆ ਲਗਾ ਮਾਤਰਾ ਹੀ। ਮਨਮੁਖ ਮਤ ਨਾ ਕਾਈ। ਕਹਿੰਦੇ ਭੋਰਾ ਮਤ ਨਹੀਂ ਹੁੰਦੀ ਮਨਮੁਖ ਨੂੰ, ਪਰ ਸਮਝਦਾ ਸਭ ਤੋਂ ਵੱਧ ਸਿਆਣਾ ਉਹ ਆਪਣੇ ਆਪ। ਉਹਨੂੰ ਪੁੱਛ ਕੇ ਵੇਖ ਲਿਓ, ਉਹਨੇ ਕਹਿਣਾ ਵੀ ਕਿਹੜੀ ਦੁਨੀਆ ਦੀ ਗੱਲ ਜਿਹਦਾ ਮੈਨੂੰ ਪਤਾ ਨਹੀਂ, ਮੈਨੂੰ ਸਾਰਾ ਹੀ ਗਿਆਨ ਹੈ। ਸਭ ਤੋਂ ਵੱਧ ਅਕਲਮੰਦ ਆਪਣੇ ਆਪ ਨੂੰ ਸਮਝਦਾ ਮਨਮੁਖ ਬੰਦਾ। ਪਰ ਤੀਸਰੇ ਪਾਤਸ਼ਾਹ ਕਹਿੰਦੇ ਹੁੰਦੀ ਨਹੀਂ ਮੱਤ ਉਹਨੂੰ, ਕਿਉਂਕਿ ਮੱਤ ਦਾ, ਚੰਗੀ ਮੱਤ ਦਾ ਤਾਂ ਸਾਧ ਸੰਗਤ ਜੀ ਕੋਈ ਲੱਛਣ, ਕੋਈ ਨਿਸ਼ਾਨੀ ਹੈ। ਗੁਰ ਕੀ ਮੱਤ ਤੂੰ ਲੇਹ ਇਆਨੇ ਭਗਤ ਬਿਨਾ ਵੋ ਡੂਬੇ ਸਿਆਣੇ। ਪਤਾ ਲੱਗ ਜਾਂਦਾ ਮੱਤ ਦਾ ਵੀ ਕਿੰਨੀ ਮੱਤ ਹੈ ਇਹਨੂੰ। ਤੇ ਫਿਰ ਆਪਣੀ ਅਕਲ ਵੱਡੀ ਸਮਝ ਕੇ ਤੇ ਹੋਰ ਤਰ੍ਹਾਂ ਦੇ ਪ੍ਰਮਾਣ ਵੀ ਦੇਣਗੇ। ਕਈ ਤਰ੍ਹਾਂ ਦੇ ਗੁਰੂ ਸਾਹਿਬ ਜੀ ਦੇ ਉਲਟ ਵੀ ਪੁੱਠੇ ਪੁੱਠੇ ਪ੍ਰਮਾਣ ਦੇਣੇ ਆਪਣੀ ਅਕਲ ਕਰਕੇ, ਪਰ ਪਤਾ ਲੱਗ ਜਾਂਦਾ ਵੀ ਮੱਤ ਇਹਨੂੰ ਹੈਗੀ ਨਹੀਂ। ਸਮਝਦਾ ਆਪਣੇ ਆਪ ਨੂੰ ਇਹ ਸਭ ਤੋਂ ਸਿਆਣਾ, ਪਰ ਮੱਤ ਨਹੀਂ ਹੈਗੀ। ਕਿਉਂਕਿ ਜੇ ਮੱਤ ਹੁੰਦੀ ਤਾਂ ਗੁਰੂ ਸਾਹਿਬ ਜੀ ਤੇ ਉਂਗਲ ਚੱਕ ਨਹੀਂ ਸਕਦਾ। ਪਰ ਫਿਰ ਵੀ ਕਿਉਂਕਿ ਕਈ ਵਾਰ ਆਪਾਂ ਹੁਣ ਚਲੋ ਉਹ ਚਰਚਾ ਕਰਨੀ ਨਹੀਂ ਚਾਹੁੰਦੇ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੌਤਕਾਂ ਤੇ ਆਪਣੀ ਅਕਲ ਦੇ ਨਾਲ ਕਈ ਵਾਰ ਕੋਈ ਕਿੰਤੂ ਪਰੰਤੂ ਕਰਦੇ ਲਾਉਂਦੇ ਵੀ ਏਦਾਂ ਨਹੀਂ ਹੋ ਸਕਦਾ ਜੀ, ਆਹ ਨਹੀਂ ਹੋ ਸਕਦਾ ਜੀ, ਤੁਸੀਂ ਤੇ ਗੁਰੂ ਨੂੰ ਉਹ ਬਣਾਤਾ, ਤੁਸੀਂ ਆਹ ਸਮਝ ਲਿਆ। ਜਿਵੇਂ ਆ ਪਿੱਛੇ ਜੇ ਇੱਕ ਮੂਰਖ ਨੇ ਇਹ ਮਤ ਏਦਾਂ ਕੀਤਾ ਸੀ ਨਾ, ਉਹ ਕਹਿੰਦੇ ਵੀ 7ਵੇਂ ਪਾਤਸ਼ਾਹ ਜੀ ਨੇ ਰਾਮ ਰਾਏ ਨੂੰ ਦਿੱਲੀ ਭੇਜਿਆ ਤੇ ਗਲਤੀ ਕੀਤੀ। ਜੇ ਮੁੜ ਕੇ ਪਤਾ ਹੀ ਸੀ, ਜੇ ਜਾਣੀ ਜਾਣ ਸੀ ਵੀ ਇਹਨੇ ਜਾ ਕੇ ਬਾਣੀ ਦੀ ਪੰਕਤੀ ਬਦਲਣੀ ਆ, ਤੇ ਦਿੱਲੀ ਕਿਉਂ ਭੇਜਿਆ? ਇਹਦਾ ਮਤਲਬ ਗਲਤੀ ਕਰ ਲਈ। ਮੂਰਖ ਨੂੰ ਇਹ ਨਹੀਂ ਪਤਾ ਭਈ ਗੁਰੂ ਕਦੇ ਵੀ ਗਲਤੀ ਨਹੀਂ ਕਰਦਾ। ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ। ਕਹਿੰਦੇ ਸਭ ਕੋਈ ਭੁੱਲ ਕਰ ਸਕਦਾ, ਕਰਤਾਰ ਤੇ ਗੁਰੂ ਕਦੇ ਵੀ ਭੁੱਲ ਨਹੀਂ ਕਰਦੇ, ਕਦੇ ਵੀ ਨਹੀਂ। ਪਰ ਮੂਰਖ ਬੰਦਾ ਸਮਝਦਾ ਮੈਂ ਬੜਾ ਚਾਤਰ ਹਾਂ, ਵੇਖੋ ਜੀ ਮੈਂ ਨੁਕਸ ਫੜ ਲਿਆ। ਤੀਸਰੇ ਪਾਤਸ਼ਾਹ ਕਹਿੰਦੇ ਅਕਲ ਉਹਨੂੰ ਧੇਲੇ ਦੀ ਨਹੀਂ ਹੁੰਦੀ, ਪਰ ਸਮਝਦਾ ਹੈ ਵੀ ਮੈਂ ਸਭ ਤੋਂ ਅਕਲਵਾਨ ਦਾ,
सब तो अकलमंद बंदा मैं हाँ, ये मूर्ख की निशानी हुंदी। आप सकबो भला कर जाना मनमुख मत न काई। कहते मनमुख नूं मत मासा नहीं हुंदी, पर सब तो भला सब तो चंगा वो अपने आप नूं समझदा। ते की निशानी? साधु जान की निंदा व्यापे। कहते साधुआं दी निंदा करनी उन्हें, फिर संतां दी निंदा करनी। साधु जान की निंदा व्यापे जासन जन्म गवाई। कहते अपना सारा जन्म गवा लेंदे बस। ये उस मूर्ख की निशानी है भाई नाम जपण वाले की निंदा करनी ते अपना जन्म व्यर्थ गवा लेना। राम नाम कदे चेते नहीं। कहते कदे राम का नाम चेते नहीं किया। अंत गए पछताई। कहते अंत नूं फिर पछता के दुनिया तो तुर जाते। सफल जन्म भगतां का कीता। कहते भगतां दा जन्म सफला हुंदा कीता परमात्मा ने। परमात्मा ने भगतां दा जन्म सफल कर दिता। सफल जन्म भगतां का कीता गुर सेवा आप लाए। कहते आप महाराज ने गुरु की सेवा च ला दिते वो भगत, इस करके उन्हों का जन्म सफला करता परमात्मा ने। शब्दे राते सहजे माते। कहते उन्हों का रंग महाराज जी के शब्द के रंग च रंगिया हुंदा, इस करके ज्ञान की आत्म ज्ञान की मस्ती उन्होंने चढ़ी रहिंदी। शब्दे राते सहजे माते। माते मस्त सहज ज्ञान। कहते ज्ञान के रंग च आनंद च मस्त होए रहिंदे। आन दिन हर गुण गाए। दिने रात परमात्मा के गुण गाउणगे। नानक दास कह बेनंती हों लागा तिन कह पाए। कहते असीं ये बेनती करते परमात्मा तेरे चरनां च असीं उन्हां दे चरनी लगीए जिन्हां दा जन्म तू सफला कर दिता, जिहड़े तू बख्श दिते अपने दरों। महाराज साडी बेनती है सानू उन्हां दे चरनां दी धूड़ बख्श, ये साडे तू किरपा कर। यह गुरु अमरदास सच्चे पातशाह जी ने साध संगत जी पावन पवित्र उपदेश बख्शिश किया, जिस विच गुरमुख के लक्षण भी महाराज ने दसे ने, मानमुख दीयां निशानियां भी दसियां। ये भी सतगुरु जी ने वचन किए भी भगतां दा जन्म सफला हुंदा। गुरमुखो भगत भगती करन करके परमात्मा नूं पाउंदे आ ते अपने भगतां दी हर जगह रखिया करदा। अपने भगतां दी उन्हां दा स्वरूप बन के भी पैज रख लैंदा। सो गुरु साहब जी कृपा करन, महाराज जी का पावन पवित्र उपदेश अपने हिरदे च बसे, तां जो गुरु साहब जी उपर अपनी भावना प्रपक होवे। भुलां चुकां दी खिमा जी लिखिया कते न छूटी खिन खिन भूलणहार बख्शणहार बख्शला नानक पार उतार। वाहिगुरु जी का खालसा वाहिगुरु जी की फतेह। सतनाम श्री वाहिगुरु साहिब जी। रामकली महला तीजा। आनंद को ओंकार सतगुर प्रसाद। आनंद पह मेरी माए सतगुरु मैं पाया। सतगुर तां पाया सहज सेती। मन वजिया वाधाइया राग रतन परवार परिया। शब्द गावण आईया शब्द उता गाहो हरि केरा। मन जिनी वसाया कह नानक आनंद होवा। सतगुरु मैं पाया ये मन मेरा तू सदा रहो हर नाले। हर नाल रहो तू मन मेरे दुख सब विसारना। अंगीकार हो करे तेरा कारज सब सवारना। सबना गल्ला समरात स्वामी सो क्यों मनो वसारे। कह नानक मन मेरे सदा रहो हर नाले। साचे साहिबा क्या नाही कर तेरा। घर तां तेरा सब किश है जिस देह सो पावे। सदा सिफत सलाह तेरी नाम मन वसावे। नाम जिनका मन वसया वाजे शब्द कनेरे। कह नानक सच्चे साहिब क्या नाही कर तेरा। साचा नाम मेरा आधारू साच नाम आधार मेरा। जन भुखा सब गवाईया कर शांत सुख मन आए वसया। जन इच्छा सब पुजाईया सदा कुर्बान किया गुरु बिटो जिस दी है वडियाईया। कह नानक सुनो संतो शब्द धरो प्यारो। साचा नाम मेरा आधारू वाजे पंच शब्द तित घर सुभागै। कर सुभागै शब्द वाजे कला जित कर धारिया। पंच दूत तुद वस कीते काल कंटक